कोरोना वायरस की महामारी ਦੇ ਵਿੱਚ ਹਰ ਇੱਕ ਅਦਾਰਾ ਬਾਖੂਬੀ ਰੋਲ ਨਿਭਾ ਰਿਹਾ, ਜਿਸ ਦੇ ਵਿੱਚ ਪੰਜਾਬ ਪੁਲਿਸ ਔਰ ਦੂਸਰੇ ਨੰਬਰ ਦੇ ਉੱਤੇ ਜੋ ਡਾਕਟਰ ਨੇ ਜਾਂ ਸਟਾਫ ਨਰਸਿਸ ਨੇ ਉਹ ਆਪਣਾ ਰੋਲ ਬਖੂਬੀ ਨਿਭਾ ਰਹੇ ਨੇ। ਸਰਕਾਰਾਂ ਵੀ ਆਪਣਾ ਰੋਲ ਬਖੂਬੀ ਨਿਭਾ ਰਹੀਆਂ ਨੇ, ਪਰ ਗਰਾਊਂਡ ਦੇ ਵਿੱਚ ਜੋ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਮੇਨ ਪੁਲਿਸ ਆ ਜਾਂਦੀ ਹੈ ਤੇ ਡਾਕਟਰ, ਜਿਨ੍ਹਾਂ ਨੇ ਉਹਨਾਂ ਮਰੀਜ਼ਾਂ ਦੇ ਨਾਲ ਸੰਪਰਕ ਦੇ ਵਿੱਚ ਆਉਣਾ ਜਾਂ ਉਹਨਾਂ ਮਰੀਜ਼ਾਂ ਨੂੰ ਠੀਕ ਕਰਨ ਦੇ ਲਈ ਉਹਨਾਂ ਨੂੰ ਕੁਆਰੰਟੀਨ ਕਰਨਾ ਜਾਂ ਇਸ ਤਰ੍ਹਾਂ ਦੀਆਂ ਕਈ ਹੋਰ ਜ਼ਿੰਮੇਵਾਰੀਆਂ ਨੇ। ਇਸ ਦੇ ਵਿੱਚ ਇੱਕ ਹੋਰ ਅਦਾਰਾ ਇਸ ਤਰ੍ਹਾਂ ਦਾ ਜਿਸ ਦਾ ਰੋਲ ਬਹੁਤ ਵੱਡਾ ਹੈ, ਪਰ ਉਹ ਕਦੇ ਚਰਚਾ 'ਚ ਨਹੀਂ ਆਉਂਦਾ। ਨਹੀਂ ਸਮਝੇ ਤਾਂ ਪਹਿਲਾਂ ਕਲਿੱਪ ਦੇਖ ਲਓ। ਸਾਡੀ ਵੀ ਪਰਸਨਲ ਲਾਈਫ ਹੈ ਨਾ। ਮੈਂ ਹੁਣ ਇੱਥੇ ਚੰਡੀਗੜ੍ਹ ਰਹਿੰਦਾ, ਮੇਰੇ ਮਾਂ ਪਿਓ ਕੋਟਕਪੂਰੇ ਰਹਿੰਦੇ ਹੈ ਨਾ, ਮੈਂ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ, ਇੱਥੋਂ 250 ਕਿਲੋਮੀਟਰ ਦੂਰ ਬੈਠੇ ਆ। ਘਰ ਜਾਂਦੇ ਸਾਰ ਆਪਣੇ ਆਪ ਨੂੰ ਸਾਰਾ ਕੁਝ ਜਿਹੜੇ ਤੁਸੀਂ ਕਲੋਥ ਪਾਏ ਨੇ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਣੇ ਹੈਗੇ ਨੇ, ਤੇ ਹਰ ਇੱਕ ਚੀਜ਼ ਜੋ ਅਸੈਸਰੀ ਤੁਸੀਂ ਪਾਈ ਹੈਗੀ ਹੈ ਸੈਨੀਟਾਈਜ਼ ਕਰਨੀ ਹੈਗੀ ਹੈ, ਚਾਹੇ ਸ਼ੂਜ਼ ਹੈ ਜਾਂ ਕੁਝ ਵੀ ਹੈਗਾ। ਆਮ ਲੋਕਾਂ ਤੋਂ ਡਿਊਟੀ ਵੱਖਰੀ ਹੈ। ਜਿਵੇਂ ਤੁਸੀਂ ਸੜਕਾਂ 'ਤੇ ਘੁੰਮ ਰਹੇ ਸੀ, ਆਪਾਂ ਸੜਕਾਂ 'ਤੇ ਘੁੰਮ ਰਹੇ ਹਾਂ। ਸਰਕਾਰ ਨੇ ਸਾਨੂੰ ਕਿਹਾ ਵੀ ਘੁੰਮੋ, ਸਾਡੀ ਗੱਲ ਜਿਹੜੀ ਹੈ ਸਰਕਾਰ ਦੀ ਲੋਕਾਂ ਕੋਲ ਪਹੁੰਚਾਓ, ਲੋਕਾਂ ਦੀਆਂ ਮੁਸ਼ਕਲਾਂ ਦੱਸੋ। ਸਾਡਾ ਕਰੀਬ 1.5 ਮਹੀਨਾ ਹੋ ਚੁੱਕਿਆ, ਮਤਲਬ 1.5 ਮਹੀਨੇ ਤੋਂ ਮੈਂ ਘਰੇ ਨਹੀਂ ਗਿਆ। 3 ਸਾਲ ਦੀ ਮੇਰੀ ਬੇਟੀ ਹੈ ਤੇ ਹੁਣ ਲਗਾਤਾਰ ਫੋਨ ਦੇ ਉੱਤੇ ਨਾਲ ਗੱਲਬਾਤ ਹੁੰਦੀ ਹੈ ਤੇ ਉਹ ਅਕਸਰ ਥੋੜ੍ਹੀ ਇੱਕ ਦੂਰੀ ਮਹਿਸੂਸ ਹੁੰਦੀ ਹੈ ਪਰਿਵਾਰ ਨੂੰ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੱਤਰਕਾਰਾਂ ਦੀ। ਪੱਤਰਕਾਰਾਂ ਦੀ ਜ਼ਿੰਮੇਵਾਰੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ, ਕਿਉਂਕਿ ਉਹਨਾਂ ਨੇ ਵੀ ਡਾਕਟਰਾਂ ਅਤੇ ਪੁਲਿਸ ਦੇ ਵਾਂਗ ਗਰਾਊਂਡ ਦੇ ਵਿੱਚ ਜਾ ਕੇ ਗਰਾਊਂਡ ਜ਼ੀਰੋ ਤੋਂ ਰਿਪੋਰਟਿੰਗ ਕਰਨੀ ਹੈ। ਸੋ ਚੰਡੀਗੜ੍ਹ ਤੋਂ ਸਾਡੇ ਪੱਤਰਕਾਰ ਰਵੀ ਜੱਖੂ ਨੇ ਉਹਨਾਂ ਸੀਨੀਅਰ ਪੱਤਰਕਾਰਾਂ ਅਤੇ ਜੋ ਨੌਜਵਾਨ ਪੱਤਰਕਾਰ ਹੁਣੇ ਇਸ ਲਾਈਨ ਦੇ ਵਿੱਚ ਆਏ ਨੇ, ਉਹ ਉਹਨਾਂ ਦੇ ਵਿਊਜ਼ ਜਾਣੇ ਨੇ ਕਿ ਕੀ ਉਹਨਾਂ ਨੂੰ ਕਰੋਨਾ ਤੋਂ ਡਰ ਨਹੀਂ ਲੱਗਦਾ, ਕੀ ਉਹ ਇਸ ਮਹਾਮਾਰੀ ਦੇ ਵਿੱਚ, ਇਸ ਲੋਕਡਾਊਨ ਦੇ ਵਿੱਚ, ਇਸ ਕਰਫਿਊ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਕੰਮ ਕਰਦੇ ਨੇ, ਕਿਸ ਤਰ੍ਹਾਂ ਦਾ ਉਹਨਾਂ ਨੂੰ ਪ੍ਰੈਸ਼ਰ ਝੱਲਣਾ ਪੈਂਦਾ। ਸੋ ਇਸ ਸਾਰੇ ਬਾਰੇ ਸਾਡੇ ਰਿਪੋਰਟਰ ਰਵੀ ਜੱਖੂ ਦੀ ਦੇਖੋ ਵਿਸ਼ੇਸ਼ ਰਿਪੋਰਟ। ਪਰਿਵਾਰ ਸਾਡੇ ਵੀ ਨੇ, ਡਰ ਸਾਨੂੰ ਵੀ ਲੱਗਦਾ ਹੈ, ਪਰ ਫਿਰ ਵੀ ਇੱਕ ਜਰਨਲਿਸਟ ਘਰੋਂ ਬਾਹਰ ਨਿਕਲਦਾ ਹੈ, ਫੀਲਡ ਵਿੱਚ ਆਉਂਦਾ ਹੈ ਤਾਂ ਜੋ ਹਰ ਪਲ ਦੀ ਸਹੀ ਤੇ ਸਟੀਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ। ਜਿਵੇਂ ਕਿ ਮੇਰੇ ਸਹਿਯੋਗੀ ਯਾਦਵਿੰਦਰ ਤੂਰ ਨੇ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ, ਪੁਲਿਸ ਮੁਲਾਜ਼ਮ, ਡਾਕਟਰ ਅਤੇ ਸਫਾਈ ਸੇਵਕਾਂ ਤੋਂ ਬਾਅਦ ਇੱਕ ਜਰਨਲਿਸਟ ਇਹ ਸ਼ਖਸ ਨੇ ਜੋ ਫੀਲਡ ਵਿੱਚ ਆਉਂਦੇ ਨੇ ਤੇ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਨੇ। ਕਿਵੇਂ ਫੀਲਡ ਵਿੱਚ ਆਉਂਦੇ ਨੇ, ਕਿਵੇਂ ਕੰਮ ਕਰਦੇ ਨੇ, ਇਸ ਸੰਬੰਧੀ ਗੱਲਬਾਤ ਕਰਨ ਲਈ ਮੇਰੇ ਨਾਲ ਲੇਡੀ ਪੱਤਰਕਾਰ ਅਰਸ਼ੀ ਜੁੜੇ ਨੇ, ਨਿਊਜ਼ 18 'ਚ ਨੇ। ਇਸ ਤੋਂ ਪਹਿਲਾਂ ਇਹਨਾਂ ਦਾ ਪ੍ਰਿੰਟ ਦਾ ਵੀ ਵਧੀਆ ਖਾਸਾ ਤਜਰਬਾ ਰਿਹਾ ਹੈ। ਅਰਸ਼ੀ, ਤੁਹਾਨੂੰ ਡਰ ਨਹੀਂ ਲੱਗਦਾ ਕਰੋਨਾ ਤੋਂ? ਦੇਖੋ, ਡਰ ਤਾਂ ਸਾਰਿਆਂ ਨੂੰ ਹੀ ਲੱਗਦਾ ਹੈ। ਸ਼ੁਰੂ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਡਰ ਲੱਗਦਾ ਸੀਗਾ, ਪਰ ਹੁਣ ਇਹ ਹੈਗਾ ਕਿਉਂਕਿ ਤੁਹਾਡੀ ਇੱਕ ਜ਼ਿੰਮੇਵਾਰੀ ਵੀ ਹੈਗੀ ਆ। ਅਸੀਂ ਲੋਕਾਂ ਲਈ ਇੱਕ ਤਰੀਕੇ ਨਾਲ, ਖਾਸ ਕਰਕੇ ਅਜਿਹੇ ਮਾਹੌਲ ਦੇ ਵਿੱਚ ਅਸੀਂ ਇਨਫੋਰਮੇਸ਼ਨ ਪ੍ਰੋਵਾਈਡ ਕਰਨੀ ਆ ਤਾਂ ਕਿ ਉਹਨਾਂ ਤੱਕ ਸਹੀ ਇਨਫੋਰਮੇਸ਼ਨ ਹੋਵੇ। ਇਨਫੋਰਮੇਸ਼ਨ ਤੋਂ ਵੱਧ ਅਗਰ ਲੋਕਾਂ ਨੂੰ ਕਿਸੇ ਨੂੰ ਦਿੱਕਤਾਂ ਆ ਰਹੀਆਂ ਨੇ, ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਉਹਨਾਂ ਦਿੱਕਤਾਂ ਨੂੰ ਲੋਕਾਂ ਦੇ ਸਾਹਮਣੇ ਲਿਆਈਏ ਜਾਂ ਸਰਕਾਰਾਂ ਦੇ ਸਾਹਮਣੇ ਲਿਆਈਏ ਤਾਂ ਕਿ ਉਸ ਦੇ ਉੱਤੇ ਕੋਈ ਐਕਸ਼ਨ ਹੋ ਸਕੇ। ਤਾਂ ਉਹ ਸਾਡੀ ਜ਼ਿੰਮੇਵਾਰੀ ਵੀ ਹੈਗੀ ਆ। ਜਦੋਂ ਅਸੀਂ ਇਹ ਗੱਲ ਕਰਦੇ ਹਾਂ ਕਿ ਡਾਕਟਰ ਤਨਦੇਹੀ ਨਾਲ ਕੰਮ ਕਰ ਰਹੇ ਨੇ ਜਾਂ ਪੁਲਿਸ ਵਾਲੇ ਹੈਗੇ ਨੇ, ਕਿ ਅਸੀਂ ਇਹ ਵੀ ਕਈ ਵਾਰੀ ਗੱਲ ਕਰ ਦਿੰਦੇ ਹਾਂ ਕਿ ਮਜਬੂਰੀ ਹੈ ਜੀ ਡਿਊਟੀ ਕਰਨਾ, ਤਾਂ ਉਸ ਦੇ ਵਿੱਚ ਸਾਡੀ ਵੀ ਇੱਕ ਜ਼ਿੰਮੇਵਾਰੀ ਹੈਗੀ ਆ। ਮੈਂ ਹਮੇਸ਼ਾ ਗੱਲ ਕਰਦੀ ਹੁੰਦੀ ਹਾਂ ਕਿ ਜਿਹੜੇ ਡਾਕਟਰ, ਪੁਲਿਸ ਜਾਂ ਜਰਨਲਿਸਟ ਹੈਗੇ ਨੇ, ਉਹਨਾਂ ਦੀ ਤਿੰਨਾਂ ਦੀ ਕ੍ਰਾਈਸਿਸ ਦੇ ਸਮਿਆਂ ਦੇ ਵਿੱਚ ਖਾਸ ਕਰਕੇ ਇੱਕੋ ਵਰਗੀ ਹੀ ਨੌਕਰੀ ਹੁੰਦੀ ਹੈ। ਤਾਂ ਉਹ ਅਸੀਂ ਇਸ ਤੋਂ ਪਿੱਛੇ ਨਹੀਂ ਹਟ ਸਕਦੇ। ਅਸੀਂ ਕਹੀਏ ਕਿ ਅਸੀਂ ਹੁਣ ਘਰ ਬਹਿ ਜਾਵਾਂਗੇ ਕਿਉਂਕਿ ਸਾਨੂੰ ਡਰ ਲੱਗਦਾ, ਤਾਂ ਸਾਡੀ ਇੱਕ ਜ਼ਿੰਮੇਵਾਰੀ ਹੈਗੀ ਆ। ਅਸੀਂ ਸੋਚ ਸਮਝ ਕੇ ਅਜਿਹਾ ਪੇਸ਼ਾ ਚੁਣਦੇ ਹਾਂ ਕਿ ਅਸੀਂ ਸਿਰਫ ਜਿਹੜਾ ਕ੍ਰਾਈਸਿਸ ਦੇ ਸਮਿਆਂ ਦੇ ਵਿੱਚ ਅਸੀਂ ਪਿੱਛੇ ਨਹੀਂ ਹਟ ਸਕਦੇ। ਭਾਰਤ ਲਈ, ਦੇਸ਼ ਲਈ ਤੇ ਪੰਜਾਬ ਲਈ ਹਰੇਕ ਵਸਨੀਕ ਜਿਹੜਾ ਉਹਦੀ ਡਿਊਟੀ ਬਣਦੀ ਹੈ ਵੀ ਮਹਾਮਾਰੀ ਵਿਰੁੱਧ ਸਰਕਾਰ ਦੀ ਜਿਹੜੀ ਰਣਨੀਤੀ ਹੈ ਉਹਦਾ 'ਤੇ ਪਹਿਰਾ ਦਿੱਤਾ ਜਾਵੇ। ਆਲੇ ਦੁਆਲੇ ਜਿੱਥੇ ਸਾਨੂੰ ਸਹਿਯੋਗ ਦੇਣ ਦੀ ਲੋੜ ਹੈ, ਜਿਹਦੇ ਅਸੀਂ ਸਮਰੱਥ ਹਾਂ, ਉਹ ਕੀਤਾ ਜਾਵੇ। ਸੋ ਪੱਤਰਕਾਰ ਵੀ ਪਹਿਲੀ ਗੱਲ ਤਾਂ ਸਾਡੀ ਇਹ ਡਿਊਟੀ ਹੈ। ਦੂਸਰੀ ਗੱਲ, ਸਾਡੀ ਆਮ ਲੋਕਾਂ ਤੋਂ ਡਿਊਟੀ ਵੱਖਰੀ ਹੈ। ਜਿਵੇਂ ਤੁਸੀਂ ਸੜਕਾਂ 'ਤੇ ਘੁੰਮ ਰਹੇ ਸੀ, ਆਪਾਂ ਸੜਕਾਂ 'ਤੇ ਘੁੰਮ ਰਹੇ ਹਾਂ। ਸਰਕਾਰ ਨੇ ਸਾਨੂੰ ਕਿਹਾ ਵੀ ਘੁੰਮੋ, ਸਾਡੀ ਗੱਲ ਜਿਹੜੀ ਹੈ ਸਰਕਾਰ ਦੀ ਲੋਕਾਂ ਕੋਲ ਪਹੁੰਚਾਓ, ਲੋਕਾਂ ਦੀਆਂ ਮੁਸ਼ਕਲਾਂ ਦੱਸੋ। ਜਦੋਂ ਮਹਾਮਾਰੀ 'ਚ ਇੱਕੋ ਇੱਕ ਜਿਹੜੀ ਹੈ ਸਖਤ ਕੰਡੀਸ਼ਨ ਇਹ ਹੈ, ਘਰਾਂ 'ਚ ਰਹੋ। ਅਸੀਂ ਘਰਾਂ 'ਚ ਰਹਿ ਕੇ ਕੰਮ ਨਹੀਂ ਕਰ ਸਕਦੇ, ਸਾਨੂੰ ਫੀਲਡ 'ਚ ਜਾਣਾ ਪੈਂਦਾ, ਅਫਸਰਾਂ ਦੀ ਬਾਈਟ ਲੈਣੀ ਹੈ, ਹੋਰ 100 ਤਰ੍ਹਾਂ ਦੀ ਕਵਰੇਜ ਕਰਨੀ ਹੈ। ਸੋ ਇਸ ਕਰਕੇ ਹੀ ਆਡੀਅੰਸ ਜੋਬ ਕਰ ਰਹੇ ਹਾਂ। ਸਾਨੂੰ ਵੀ ਬਹੁਤ ਜ਼ਿਆਦਾ ਦਿੱਕਤਾਂ ਨੇ। ਹੁਣ ਸਾਰੇ ਜਣੇ ਪੁਲਿਸ ਡਿਪਾਰਟਮੈਂਟ ਦੇ, ਚਾਹੇ ਮੁਲਾਜ਼ਮ ਨੇ, ਚਾਹੇ ਡਾਕਟਰ ਨੇ, ਨਰਸ ਨੇ ਜਾਂ ਹੋਰ ਜਿੰਨੇ ਵੀ ਲੱਗੇ ਹੋਏ ਨੇ, ਸਫਾਈ ਕਰਮਚਾਰੀ ਨੇ, ਪੂਰੇ ਗਰਾਊਂਡ ਲੈਵਲ 'ਤੇ ਜਿਹੜੇ ਬੰਦੇ ਕੰਮ ਕਰ ਰਹੇ ਨੇ ਉਹਨਾਂ ਨੂੰ ਆਪਣੇ ਪ੍ਰੀਕਾਸ਼ਨਸ ਵਗੈਰਾ ਵੀ ਜ਼ਰੂਰੀ ਨੇ। ਹੁਣ ਅਸੀਂ ਸਵੇਰੇ
ਤਿਆਰ ਹੋ ਕੇ ਜਦੋਂ ਬਾਹਰ ਫੀਲਡ ਦੇ ਵਿੱਚ ਆਈਦਾ ਕਿ ਕੀ ਕੁਝ ਹੋ ਰਿਹਾ ਹੈ, ਹਸਪਤਾਲਾਂ ਦੇ ਵਿੱਚ ਕੀ ਹੋ ਰਿਹਾ, ਕਿੰਨੇ ਕੇਸ ਪੋਜ਼ਿਟਿਵ ਆ ਰਹੇ ਨੇ। ਹਾਲਾਂਕਿ ਡਰ ਲੱਗਦਾ ਹੈਗਾ ਜਿੱਥੇ ਏਰੀਏ ਦੇ ਵਿੱਚ ਪੂਰਾ ਸੀਲ ਕਰ ਦਿੱਤਾ ਜਾਂਦਾ ਹੈਗਾ। ਹਾਲਾਂਕਿ ਅਸੀਂ ਉੱਥੇ ਰਿਪੋਰਟਿੰਗ ਬਾਹਰੋਂ ਕਰ ਰਹੇ ਹਾਂ, ਜ਼ਿਆਦਾਤਰ ਆਪਣਾ ਪ੍ਰੋਟੈਕਸ਼ਨ ਨੂੰ ਦੇਖਦੇ ਹੋਏ ਕਰ ਰਹੇ ਹਾਂ, ਪਰ ਘਰ ਜਾਣ ਤੋਂ ਬਾਅਦ ਬਾਹਰੋਂ ਹੀ ਸਾਰਾ ਕੁਝ ਆਪਣਾ ਜੋ ਵੀ ਗਾਈਡਲਾਈਨ ਮੀਡੀਆ ਦੀ ਵੀ ਆਈ ਹੋਈ ਹੈਗੀ ਹੈ WHO ਵੱਲੋਂ ਕਿ ਕਿਵੇਂ ਪ੍ਰੀਕਾਸ਼ਨਸ ਇੱਕ ਜਰਨਲਿਸਟ ਨੂੰ ਵੀ ਆਪਣੇ ਲੈਣੇ ਚਾਹੀਦੇ ਹੈਗੇ ਨੇ। ਘਰ ਜਾਂਦਿਆਂ ਸਾਰ ਆਪਣੇ ਆਪ ਨੂੰ ਸਾਰਾ ਕੁਝ ਜਿਹੜੇ ਤੁਸੀਂ ਕਲੋਥ ਪਾਏ ਨੇ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਪਾਣੇ ਹੈਗੇ ਨੇ, ਤੇ ਹਰ ਇੱਕ ਚੀਜ਼ ਜੋ ਅਸੈਸਰੀ ਤੁਸੀਂ ਪਾਈ ਹੈਗੀ ਹੈ ਸੈਨੀਟਾਈਜ਼ ਕਰਨੀ ਹੈਗੀ ਹੈ, ਚਾਹੇ ਸ਼ੂਜ਼ ਹੈ ਜਾਂ ਕੁਝ ਵੀ ਹੈਗਾ। ਕਦੇ ਪਰਿਵਾਰ ਨੇ ਵੀ ਕਿਹਾ ਕਿ ਅਰਸ਼ੀ ਅੱਜ ਘਰੋਂ ਜਾ ਰਹੀ ਹੈ, ਧਿਆਨ ਰੱਖੀ, ਜਾਂ ਆਉਣ ਲੱਗੇ ਕਦੇ ਚਿੰਤਾ ਜਾਹੀ? ਜੀ ਅਸੀਂ ਜਿਵੇਂ ਤੁਸੀਂ ਗੱਲ ਕਰ ਹੀ ਰਹੇ ਸੀਗੇ ਕਿ ਸਾਡੇ ਵੀ ਪਰਿਵਾਰ ਨੇ, ਤਾਂ ਮੇਰਾ ਪਰਿਵਾਰ ਇੱਥੇ ਨਹੀਂ ਹੈਗਾ। ਮੇਰੇ ਮਦਰ ਦੇ ਫਾਦਰ ਜਿਹੜੇ ਹੈਗੇ ਨੇ ਉਹ ਲਹਿਰਾ ਗਾਗਾ ਦੇ ਵਿੱਚ ਰਹਿੰਦੇ ਨੇ, ਤੇ ਹਾਲਾਂਕਿ ਉਹਨਾਂ ਦੇ ਵੱਲੋਂ ਕਦੇ ਇਹ ਨਹੀਂ ਕਿਹਾ ਗਿਆ, ਉਹਨਾਂ ਨੂੰ ਵੀ ਪਤਾ ਵੀ ਇਹ ਕੰਮ ਹੈਗਾ ਤੇ ਤੁਹਾਡੇ 'ਚ ਪੈਸ਼ਨ ਵੀ ਹੈਗਾ ਉਸ ਕੰਮ ਨੂੰ ਕਰਨ ਦਾ, ਤੁਹਾਡੀ ਇੱਕ ਜ਼ਿੰਮੇਵਾਰੀ ਹੈਗੀ ਆ। ਪਰ ਹਾਂ, ਉਹਨਾਂ ਵੱਲੋਂ ਵੀ ਕਿਹਾ ਜਾਂਦਾ ਕਿ ਸੇਫਟੀ ਦਾ ਧਿਆਨ ਰੱਖਿਓ। ਤੇ ਹਾਲਾਂਕਿ ਹੁਣ ਕਿੰਨੀ ਦੇਰ ਹੋ ਚੁੱਕੀ ਹੈ ਲੋਕਡਾਊਨ ਹੋਏ ਨੂੰ ਵੀ, ਤੇ ਅਸੀਂ ਖੁਦ ਵੀ ਸੋਚਦੇ ਹੁੰਦੇ ਹਾਂ ਕਿ ਅਸੀਂ ਆਪਣੇ ਘਰ ਚੱਕਰ ਮਾਰੀਏ, ਪਰ ਅਜਿਹੇ ਹਾਲਾਤਾਂ ਦੇ ਵਿੱਚ ਘਰ ਜਾਣਾ ਵੀ ਤੁਹਾਡੇ ਲਈ ਇੱਕ ਤਰੀਕੇ ਨਾਲ ਸੇਫ ਨਹੀਂ ਹੈਗਾ, ਕਿਉਂਕਿ ਅਸੀਂ ਕੈਰੀਅਰ ਬਣ ਕੇ ਨਾ ਚਲੇ ਜਾਈਏ। ਮੇਰੇ ਫਾਦਰ ਜਿਹੜੇ ਹੈਗੇ ਨੇ ਉਹ ਹਾਰਟ ਦੇ ਪੇਸ਼ੈਂਟ ਨੇ, ਤਾਂ ਮੈਨੂੰ ਵੀ ਇਸ ਚੀਜ਼ ਦਾ ਧਿਆਨ ਰੱਖਣਾ ਪਊਗਾ ਕਿ ਮੈਂ ਵੀ ਉਹਨਾਂ ਦੇ ਨੇੜੇ ਨਾ ਜਾਵਾਂ। ਤਾਂ ਹਾਲਾਂਕਿ ਆਪਣੀ ਸੇਫਟੀ ਤਾਂ ਅਸੀਂ ਰੱਖਦੇ ਹਾਂ, ਪਰ ਉਹਨਾਂ ਦੀ ਸੇਫਟੀ ਵੀ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਬੇਸਿਕਲੀ ਆਮ ਲੋਕਾਂ ਨੂੰ ਲੱਗਦਾ ਹੈ ਕਿ ਇਨਫੋਰਮੇਸ਼ਨ ਸਾਨੂੰ ਛੇਤੀ ਚਾਹੀਦੀ ਹੈ ਔਰ ਬਿਲਕੁਲ ਐਕੂਰੇਟ ਸਹੀ ਇਨਫੋਰਮੇਸ਼ਨ ਚਾਹੀਦੀ ਹੈ, ਤੇ ਉਹਨਾਂ ਨੂੰ ਇਹ ਨਹੀਂ ਸ਼ਾਇਦ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਅੰਦਾਜ਼ਾ ਵੀ ਨਹੀਂ ਹੋਣਾ ਕਿ ਅਸੀਂ ਇਹ ਇਨਫੋਰਮੇਸ਼ਨ ਕਲੈਕਟ ਕਿੱਦਾਂ ਕਰਕੇ ਲੈ ਕੇ ਆਉਣੇ ਆ, ਕਿੱਦਾਂ ਇਹ ਇਨਫੋਰਮੇਸ਼ਨ ਪੂਰੀ ਅਸੀਂ ਪਹਿਲਾਂ ਇਨਫੋਰਮੇਸ਼ਨ ਲੈਂਦੇ ਆ, ਫਿਰ ਉਹਨੂੰ ਵੈਰੀਫਾਈ ਕਰਦੇ ਆ, ਕਿਉਂਕਿ ਸਾਡੇ ਮੂੰਹ ਤੋਂ ਕਿਆ ਲਫ਼ਜ਼ ਆ ਜਿਹੜਾ ਲੋਕ ਯਕੀਨ ਕਰਦੇ ਆ, ਅਸਰ ਵੀ ਪਾਉਂਦਾ ਉਹ। ਹਾਂ, ਤੇ ਉਹ ਇਸ ਕਰਕੇ ਸਾਨੂੰ ਹਰ ਇਨਫੋਰਮੇਸ਼ਨ ਹੈ ਜਿਹੜੀ ਪ੍ਰੋਪਰ ਐਕੂਰੇਟ ਲੈਣੀ ਪੈਂਦੀ ਹੈ, ਵੈਰੀਫਾਈ ਕਰਨੀ ਪੈਂਦੀ ਹੈ। ਪਰ ਹੁਣ ਜਿੱਦਾਂ ਲੋਕਡਾਊਨ ਆ, ਕਰਫਿਊ ਲੱਗਿਆ ਹੋਇਆ, ਤਾਂ ਐਸੇ ਹਾਲਾਤਾਂ ਦੇ ਵਿੱਚ ਸਾਰੇ ਦਫ਼ਤਰ ਬੰਦ ਨੇ, ਸਿਰਫ ਮੇਨ ਚੀਜ਼ਾਂ ਜਿਹੜੀਆਂ ਨੇ ਕੰਟਰੋਲ ਰੂਮ ਹੈ ਜਾਂ ਹੋਰ ਕੁਝ, ਜ਼ਿਆਦਾਤਰ ਆਫੀਸਰ ਕਈ ਵਾਰੀ ਫੋਨ ਤੇ ਰਿਸਪੌਂਡ ਨਹੀਂ ਕਰਦੇ, ਜਾਂ ਫਿਰ ਕਈ ਵਾਰੀ ਸਰਕਾਰੀ ਦਰਬਾਰੇ ਵੀ ਦਿੱਕਤ ਆ ਜਾਂਦੀ ਹੈ। ਤਾਂ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਕਿ ਹੱਥ ਪੈਰ ਮਾਰਨੇ ਸ਼ੁਰੂ ਕਰ ਦਈਦੇ, ਸਕਿੰਟਾਂ ਦੇ ਵਿੱਚ ਕਰਨਾ ਹੁੰਦਾ ਹੈ ਨਾ, ਕਿ ਕੰਪੀਟੀਸ਼ਨ ਵੀ ਹੈ, ਤਾਂ ਬੜੀ ਫਾਸਟਲੀ ਸਾਨੂੰ ਜਿੱਦਾਂ ਲੱਗਦਾ ਹੈ ਕਿ ਪਹਿਲਾਂ ਇੱਕ ਸੋਰਸ ਤੋਂ ਕਨਫਰਮ ਕਰੋ ਹੈ ਨਾ, ਫਿਰ ਉਹਨੂੰ ਇੱਕ ਵਾਰੀ ਵੈਰੀਫਾਈ ਕਰਨ ਦੇ ਲਈ ਇੱਕ ਸੀਨੀਅਰ ਸੋਰਸ ਤੋਂ ਵੀ ਚੈੱਕ ਕਰਨਾ ਪੈਂਦਾ। ਤਾਂ ਫਿਰ ਅਖੀਰ ਤੇ ਆ ਕੇ ਕਈ ਆਫੀਸਰ ਬੜੇ ਕੋਆਪਰੇਟਿਵ ਵੀ ਕਰਦੇ ਆ, ਕਈ ਅਫਸਰ ਤਾਂ ਇੰਨਾ ਕੁ ਸਹਿਯੋਗ ਕਰਦੇ ਆ, ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਹੈ। ਪਹਿਲੀ ਦਿੱਕਤ ਇਹੀ ਹੋ ਜਾਂਦੀ ਹੈ ਕਿ ਅਸੀਂ ਇਨਫੋਰਮੇਸ਼ਨ ਲੈ ਕੇ ਕਿੱਦਾਂ ਪਾਸ ਆਊਟ ਕਰਨੀ ਹੈ, ਕਿੱਦਾਂ ਲੋਕਾਂ ਤੱਕ ਦੇਣੀ ਹੈ, ਬਿਲਕੁਲ ਸਹੀ ਇਨਫੋਰਮੇਸ਼ਨ, ਤਾਂ ਕਿ ਉਸ ਤੋਂ ਪਿੱਛੇ ਨਾ ਹਟਣਾ ਪਵੇ। ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਸੀਗਾ ਕਿ ਇੱਕ ਖਬਰ ਆ ਗਈ ਸੀ ਕਿ ਕਰਫਿਊ ਜਿਹੜਾ ਹੈਗਾ 30 ਤੱਕ ਵੱਧ ਗਿਆ, ਸਰਕਾਰ ਵੱਲੋਂ ਵੀ, ਹਾਂ, ਤੇ ਸਰਕਾਰ ਦੀ ਚਿੱਠੀ ਆ ਗਈ ਸੀਗੀ ਹੈ ਨਾ, ਤੇ ਪਰ ਇੱਦਾਂ ਦਾ ਕੁਝ ਨਹੀਂ ਸੀਗਾ। ਮੈਂ ਖੁਦ ਉਸ ਖਬਰ ਨੂੰ ਹੋਲਡ ਤੇ ਰੱਖਿਆ ਹੋਇਆ ਸੀ, ਔਰ ਅੱਧੀ ਖਬਰ ਦੇ ਵਿੱਚ ਸੱਚਾਈ ਸੀ, ਅੱਧੀ ਕਨਫਿਊਜ਼ਨ ਵਾਲੀ ਸੀਗੀ। ਇਕੱਲਾ ਇੰਪਲਾਈਜ਼ ਦਾ ਜਿਹੜਾ ਵਰਕ ਫਰੋਮ ਹੋਮ ਹੈ ਉਹ ਲੈਟਰ ਸੀ, ਉਹਦੇ ਵਿੱਚ ਲਾਈਨ ਗਲਤ ਲਿਖੀ ਗਈ ਸੀ, ਤਾਂ ਉਹ ਐਕੂਰੇਟ ਦੇਣੀ ਹੈ ਤਾਂ ਤੁਸੀਂ, ਤਾਂ ਕਿ ਲੋਕ ਕਨਫਿਊਜ਼ ਨਾ ਹੋਣ, ਕਿਉਂਕਿ ਲੋਕ ਬੜੇ ਤਗੜੇ ਜੱਜ ਨੇ, ਉਹ ਤੁਰੰਤ ਜੱਜ ਕਰਦੇ ਨੇ, ਪੈਨਿਕ ਵੀ ਹੋ ਜਾਂਦੇ ਨੇ ਸੋਸ਼ਲ ਮੀਡੀਆ ਤੇ ਨਾਲ ਦੀ ਨਾਲ ਉਹ ਕਮੈਂਟ ਵੀ ਦਿੰਦੇ ਨੇ, ਤੇ ਪੈਨਿਕ ਬੜੀ ਜਲਦੀ ਹੋ ਜਾਂਦੇ ਨੇ, ਹੈ ਨਾ, ਕਿਉਂਕਿ ਹਾਲਾਤ ਹੀ ਇੱਦਾਂ ਦੇ ਆ, ਲੋਕ ਬੜੇ ਪਰੇਸ਼ਾਨ ਨੇ। ਇਸ ਤੋਂ ਇਲਾਵਾ ਦੇਖੋ, ਸਾਡੀ ਵੀ ਪਰਸਨਲ ਲਾਈਫ ਆ, ਹੈ ਨਾ, ਮੈਂ ਹੁਣ ਇੱਥੇ ਚੰਡੀਗੜ੍ਹ ਰਹਿੰਦਾ, ਮੇਰੇ ਮਾਂ ਪਿਓ ਕੋਟਕਪੂਰੇ ਰਹਿੰਦੇ ਆ, ਹੈ ਨਾ, ਮੈਂ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ, ਇੱਥੋਂ 250 ਕਿਲੋਮੀਟਰ ਦੂਰ ਬੈਠੇ ਆ, ਤੇ ਮੈਂ ਪਿਛਲੇ 37-38 ਦਿਨ ਹੋ ਗਏ ਮੈਂ ਇੱਥੇ ਬੈਠਾ, ਮੈਂ ਘਰ ਨਹੀਂ ਜਾ ਸਕਿਆ। ਤੇ ਮੈਂ ਇੱਕ ਐਸਾ ਸ਼ਖਸ ਸੀਗਾ ਕਿ ਮੈਂ ਜੇ ਵਿਦੇਸ਼ ਵੀ ਕਦੇ ਗਿਆ ਤਾਂ ਮੈਂ 20-22 ਦਿਨ ਤੋਂ ਵੱਧ ਕਦੇ ਰਿਹਾ ਨਹੀਂ ਸੀ। ਮੈਂ 20-22 ਦਿਨ ਘਰੇ ਆ ਜਾਂਦਾ ਸੀ, ਹੈ ਨਾ, ਸਿੱਧਾ ਘਰੇ ਜਾਂਦਾ ਸੀ, ਤੇ ਘਰ ਦੇ ਬਾਹਰ ਜਾਂਦਾ ਸੀ। ਹਾਂ, ਤੇ ਮੈਂ ਹਰ ਹਫਤੇ 5ਵੇਂ ਦਿਨ ਮੈਂ ਹਰ ਹਫਤੇ ਘਰੇ ਚਲਾ ਜਾਂਦਾ ਮੇਰੇ, ਕਿਉਂਕਿ ਮੰਮੀ ਡੈਡੀ ਘਰੇ ਵੇਟ ਕਰਦੇ ਹੈ ਨਾ, ਤੇ ਉਹ ਹੁਣ ਮੈਨੂੰ 37-38 ਦਿਨ ਹੋ ਗਏ। ਇਹ ਮੇਰੇ ਲਈ ਸਭ ਤੋਂ ਵੱਡੀ ਦਿੱਕਤ ਹੈ ਕਿ ਮੈਂ ਉਹਨਾਂ ਦੇ ਕੋਲੇ ਨਹੀਂ ਜਾ ਪਾ ਰਿਹਾ। ਇਹ ਐਸਾ ਨਹੀਂ ਕਿ ਮੈਂ ਇੱਥੋਂ ਜਾ ਨਹੀਂ ਪਾ ਰਿਹਾ, ਸਾਨੂੰ ਜਾਣ 'ਤੇ ਕੋਈ ਦਿੱਕਤ ਨਹੀਂ ਹੈ, ਪਰ ਕਹਾਣੀਆਂ ਉਹਦੇ 2-3 ਗੱਲਾਂ ਨੇ। ਇੱਕ ਤਾਂ ਕਿ ਵਿਦਾਊਟ ਐਨੀ ਵੀਕ ਆਫ, ਬਿਨਾਂ ਕਿਸੇ ਛੁੱਟੀ ਤੋਂ ਕੰਮ ਕਰ ਰਹੇ ਹਾਂ, ਲਗਾਤਾਰ 1.25 ਮਹੀਨਾ ਹੋ ਗਿਆ ਬਿਨਾਂ ਕਿਸੇ ਛੁੱਟੀ ਤੋਂ ਚੱਲ ਰਹੇ ਹਾਂ, ਕਿਉਂਕਿ ਇੱਕ ਦਿਨ ਵੀ ਅਸੀਂ ਮਿਸ ਕਰ ਗਏ ਤਾਂ ਲੋਕਾਂ ਤੱਕ ਇਨਫੋਰਮੇਸ਼ਨ ਹੈ ਜਿਹੜੀ ਉਹ ਰੁਕ ਜਾਏਗੀ। ਪਹਿਲਾਂ ਹੀ ਦਿੱਕਤਾਂ ਜਿਹੜੀਆਂ ਨੇ, ਬਹੁਤ ਕੰਪਨੀ ਜਾਂ ਸਾਡੇ ਚੈਨਲ ਬੜੀਆਂ ਦਿੱਕਤਾਂ ਫੇਸ ਕਰ ਰਿਹਾ, ਹੈ ਨਾ, ਇੱਕ ਜੰਗ ਵਾਲਾ ਮਾਹੌਲ ਬਣਿਆ ਪਿਆ। ਫਿਰ ਦੂਜੀ ਚੀਜ਼ ਇਹ ਹੈ ਕਿ ਮੈਂ ਘਰ ਜਾਊਂਗਾ, ਹੁਣ ਮੈਂ ਇੱਥੇ ਚੰਡੀਗੜ੍ਹ ਮੁਹਾਲੀ ਦੇ ਵਿੱਚ ਆ, ਤਾਂ ਇੱਥੇ 70-75 ਜਿਹੜੇ ਪੋਜ਼ੀਟਿਵ ਕੇਸ ਨੇ। ਇਸ ਤਰ੍ਹਾਂ ਦੇ ਮਾਹੌਲ ਦੇ ਵਿੱਚ ਮੈਂ ਰਹਿ ਰਿਹਾ। ਹੁਣ ਇੱਥੇ ਤਾਂ ਇੱਦਾਂ ਦਾ ਮਾਹੌਲ ਆ ਜਿੱਦਾਂ ਜਵਾਹਰਪੁਰ ਪਿੰਡ ਆ, ਮੁਹਾਲੀ ਹੈ, ਤਾਂ ਉੱਥੇ ਤਾਂ ਇੱਦਾਂ ਦੀ ਬਲਾਸਟਿੰਗ ਸਿਚੁਏਸ਼ਨ ਹੈ ਕਿ ਪਤਾ ਹੀ ਨਹੀਂ ਆ ਕਿ ਕਿਹਦੇ 'ਚ ਵਾਇਰਸ ਆ, ਕਿਹੜੀ ਜਗ੍ਹਾ 'ਤੇ ਵਾਇਰਸ ਪਿਆ, ਹੈ ਨਾ, ਤੇ ਅਸੀਂ ਕਿੱਥੋਂ ਦੀ ਲੰਘ ਰਹੇ ਹਾਂ, ਸਾਨੂੰ ਨਹੀਂ ਪਤਾ ਸਾਡੀ ਗੱਡੀ ਨੂੰ ਕਿਸੇ ਨੇ ਹੱਥ ਲਾਇਆ। ਤਾਂ ਇਸ ਕਰਕੇ ਉੱਥੇ ਜਾਣ ਤੋਂ ਪਹਿਲਾਂ ਮਤਲਬ 10 ਵਾਰੀ ਖੁਦ ਨੂੰ ਸੋਚਣਾ ਪੈ ਰਿਹਾ ਕਿ ਮੈਂ ਕਿਵੇਂ ਘਰ ਜਾਵਾਂ। ਹੁਣ ਮੈਂ ਜਾਊਂਗਾ, ਜ਼ਰੂਰ ਜਾਣਾ ਚਾਹੁੰਦਾ, ਮੈਂ ਜਲਦੀ ਜਾਊਂਗਾ 1-2 ਦਿਨਾਂ 'ਚ, ਪਰ ਮੈਂ ਉਹਦੇ ਲਈ ਕਈ ਡਾਕਟਰਾਂ ਨਾਲ ਗੱਲ ਕੀਤੀ ਹੈ ਪਹਿਲਾਂ।
ਹਲੇ ਇੱਕ ਦੋ ਹੋਰ ਡਾਕਟਰਸ ਦੀ ਰਾਏ ਲਵਾਂਗਾ ਕਿ ਮੈਂ ਘਰ ਜਾਣਾ ਹੈ, ਉਹਦੇ ਲਈ ਮੈਨੂੰ ਕੀ ਕੀ ਧਿਆਨ ਰੱਖਣਾ ਪਊਗਾ, ਹੈ ਨਾ। ਤਾਂ ਕਈ ਚੀਜ਼ਾਂ ਉਹਨਾਂ ਨੇ ਦੱਸੀਆਂ ਹੈਗੀਆਂ, ਸੁਜੈਸਟ ਕੀਤਾ ਹੈ ਕਿ ਜੁੱਤੇ ਬਾਹਰ ਲਾਉਣੇ ਆ, ਸਿੱਧਾ ਵਾਸ਼ਰੂਮ ਜਾਣਾ, ਨਹਾ ਧੋ ਕੇ ਸਾਫ ਮੂੰਹ ਤੋਂ ਮਾਸਕ ਨਹੀਂ ਉਤਾਰਨਾ, ਜ਼ਿਆਦਾ ਉਹਨਾਂ ਦੇ ਟੱਚ 'ਚ ਨਹੀਂ ਆਉਣਾ, ਹੈ ਨਾ। ਅਤੇ ਉਹਨਾਂ ਨੂੰ ਕੋਸ਼ਿਸ਼ ਕਰੋ ਕਿ ਥੋੜ੍ਹਾ ਦੂਰੋਂ ਬੈਠ ਕੇ ਮਿਲ ਕੇ ਭਲਾਂ ਦੀ ਪੂਰਾ ਦਿਨ ਬੈਠੇ ਰਹੋ ਅਤੇ ਸ਼ਾਮ ਨੂੰ ਤੁਸੀਂ ਵਾਪਸ ਆ ਜਾਓ। ਇੱਦਾਂ ਦੀਆਂ ਕਈ ਤਰ੍ਹਾਂ ਦੀਆਂ ਜਿਹੜੀਆਂ ਨੇ ਸਲਾਹ ਮਸ਼ਵਰੇ ਆਏ ਹੋਏ ਨੇ। ਤਾਂ ਸਾਡੇ ਲਈ ਵੀ ਬੜੀਆਂ ਚੁਣੌਤੀਆਂ ਨੇ। ਸਾਡੇ ਵੀ ਜਦੋਂ ਮਾਂ ਪਿਓ ਉੱਥੇ ਨੇ ਇਕੱਲੇ, ਤਾਂ ਸਾਨੂੰ ਵੀ ਸਾਡੇ 'ਤੇ ਪ੍ਰੈਸ਼ਰ ਬਹੁਤ ਹੁੰਦਾ ਕਿ ਇੱਕ ਤਾਂ ਕੰਮ ਦਾ ਪ੍ਰੈਸ਼ਰ ਹੈ, ਦੂਜਾ ਲੋਕਾਂ ਨੇ ਜਿਹੜਾ ਸਾਡੇ 'ਤੇ ਭਰੋਸਾ ਜਤਾਇਆ ਹੋਇਆ ਉਹਦਾ ਬੜਾ ਪ੍ਰੈਸ਼ਰ ਹੋਇਆ। ਕਿੰਨੇ ਵੀ ਸੰਗਰਾਮ ਹੋਣ, ਚਾਹੇ ਕਿੰਨੀਆਂ ਵੀ ਲੜਾਈਆਂ ਹੋਣ, ਚਾਹੇ ਦੁਸ਼ਮਣਾਂ ਦੀ ਲੜਾਈ, ਚਾਹੇ ਸਾਡੀ ਇੰਟਰਨਲ ਜਿਹੜੀ ਪ੍ਰੋਕਸੀ ਵਾਰ, ਜਾਂ JNK ਦੇ ਵਿੱਚ ਸਾਡਾ ਜਿਹੜਾ ਮੀਡੀਆ ਪੱਤਰਕਾਰ ਭਾਈਚਾਰਾ ਉਹ ਵੱਧ ਚੜ੍ਹ ਕੇ ਅੱਗੇ ਹੋ ਕੇ ਲੜਦਾ। ਇਹ ਵੀ ਉਸ ਤਰ੍ਹਾਂ ਦੀ ਲੜਾਈ ਆ, ਲੇਕਿਨ ਇਹ ਜਿਹੜੀ ਲੜਾਈ ਆ ਉਹ ਗੋਲੀ ਦਾ ਵੀ ਨਹੀਂ। ਜਦੋਂ ਲੜਾਈ ਲੜੇ, ਚਾਹੇ ਦੀਨਾਨਗਰ ਸੀ, ਚਾਹੇ ਪਠਾਨਕੋਟ ਦੇ ਵਿੱਚ, ਗੋਲੀ ਪਤਾ ਨਹੀਂ ਕਿੱਥੇ ਆ ਕੇ ਵੱਜ ਜਾਣੀ, ਉਹਨੂੰ ਕੀ ਪਤਾ ਗੋਲੀ ਨੂੰ ਕਿ ਮੈਂ ਕਿਸੇ ਪੱਤਰਕਾਰ ਦੇ ਵੱਜ ਰਹੀ ਹਾਂ ਜਾਂ ਕਿਸੇ ਜਿਹੜਾ ਲੜਾਕੂ ਆ, ਹੈ ਨਾ, ਪੁਲਿਸ ਵਾਲੇ ਦੇ ਜਾਂ ਆਰਮੀ ਵਾਲੇ ਦੇ ਨਾ, ਉੱਥੇ ਸਾਰੇ ਇਹ ਵੀ ਇੱਦਾਂ ਦੀ ਲੜਾਈ ਹੈ। ਲੇਕਿਨ ਇਹ ਲੜਾਈ ਐਡੀ ਖਤਰਨਾਕ ਆ ਕਿ ਬਹੁਤ ਜ਼ਿਆਦਾ, ਕਿ ਹਰ ਕੋਈ ਇਹਦੇ 'ਚ ਮਨੁੱਖੀ ਬੰਬ ਆ। ਔਰ ਜਿੱਥੋਂ ਤੱਕ ਪੱਤਰਕਾਰਾਂ ਦਾ ਸਵਾਲ ਹੈ, ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਉਹਨਾਂ ਦੀ ਜ਼ਿੰਦਗੀ, ਉਹਨਾਂ ਦੇ ਪਰਿਵਾਰਕ ਜ਼ਿੰਦਗੀ, ਫਿਰ ਜਿਨ੍ਹਾਂ ਦੇ ਨਾਲ ਪੱਤਰਕਾਰਾਂ ਨੇ ਮਿਲਣਾ ਹੈਗਾ, ਉਹ ਸਾਰੇ ਮਨ ਦੇ ਵਿੱਚ ਇੰਨਾ ਡਰ ਆ, ਖੌਫ ਆ ਜ਼ਿਆਦਾ, ਕਿ ਤੁਸੀਂ ਐਡੀ ਵੱਡੀ ਚੁਣੌਤੀ ਆ, ਤੁਸੀਂ ਕਿਸੇ ਦੀ ਬਾਈਟ ਕਰਨੀ, ਬੰਦਾ ਖੁਦ ਵੀ ਡਰਦਾ, ਉਹ ਦੂਸਰਾ ਵੀ ਕਿ ਹਾਂ ਵੀ ਯਾਰ ਮੇਰੇ ਤੋਂ ਕਿਸੇ ਨੂੰ ਹੋ ਨਾ ਜਾਵੇ, ਖੁਦਾ ਨਾ ਖਾਸਤਾ। ਅਤੇ ਇੱਕ ਬਹੁਤ ਵੱਡਾ ਚੈਲੰਜ ਆ। ਇਹਦੇ 'ਚ ਜਿੰਨੇ ਪ੍ਰੀਕਾਸ਼ਨ ਲਏ ਜਾਣ ਉਹ ਸਭ ਤੋਂ ਵਧੀਆ, ਬਹੁਤ ਜ਼ਰੂਰੀ ਆ ਕਿ ਜਿਹੜੇ ਵੀ ਸਰਕਾਰਾਂ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਆ ਉਹਦੇ ਮੁਤਾਬਕ ਚੱਲਣਾ ਚਾਹੀਦਾ। ਹਾਂ ਜ਼ਰੂਰ ਹੈ, ਜਦੋਂ ਤੁਸੀਂ ਫੀਲਡ ਦੇ ਵਿੱਚ ਵਿਚਰਦੇ ਤਾਂ ਬਹੁਤ ਸਾਰੀਆਂ ਤੁਹਾਨੂੰ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈਗੀ ਆ ਸਰਕਾਰ ਦੇ ਜਿਹੜੇ ਐਡਵਾਈਜ਼ਰੀ। ਔਰ ਕਿਉਂਕਿ ਉਸ ਤੋਂ ਬਾਅਦ ਤੁਸੀਂ, ਸਭ ਤੋਂ ਵੱਡੀ ਗੱਲ ਹੈ ਕਿ ਮਾਸਕ, ਤੁਸੀਂ ਸੈਨੀਟਾਈਜ਼ਰ ਰੱਖੋ, ਆਪਣੇ ਜਿਹੜੇ ਇੰਸਟਰੂਮੈਂਟ ਜਾਂ ਮਾਈਕ, ਗਨ ਮਾਈਕ ਆ, ਕੈਮਰੇ, ਉਹਨਾਂ 'ਤੇ ਵੀ ਸੈਨੀਟਾਈਜ਼ਰ ਕਰ ਲਓ, ਹੈਂਕੀ ਜਾਂ ਰੁਮਾਲ ਵਗੈਰਾ ਤੋਂ ਠੀਕ ਰਹੇਗਾ। ਮਾਈਕ ਦੇ ਗੱਡੀ ਜਿਸ ਜਾ ਰਹੇਗੇ ਉੱਥੇ ਵੀ ਸਾਰੀਆਂ ਚੀਜ਼ਾਂ ਸਾਨੂੰ ਪਾਲਣਾ ਕਰਨੀ ਪਊਗੀ। ਇੱਕ ਚੁਣੌਤੀ ਤਾਂ ਬਹੁਤ ਵੱਡੀ ਹੈਗੀ ਕਿ ਅਸੀਂ ਫੀਲਡ ਦੇ ਵਿੱਚ ਗੁਜ਼ਰੇ। ਹੁਣ ਮੰਡੀਆਂ ਦਾ ਸੀਜ਼ਨ ਹੈਗਾ, ਸਾਡੇ ਜਿਹੜੇ ਸਾਥੀ ਪੱਤਰਕਾਰ ਉਹ ਮੰਡੀਆਂ ਦੇ ਵਿੱਚ ਜਾ ਕੇ ਕੰਮ ਕਰ ਰਹੇ ਆ, ਜਿੱਥੇ ਲੋਕ ਲੰਗਰ ਵਰਤਾ ਰਹੇ ਉੱਥੇ ਜਾ ਕੇ ਉਹ ਕੰਮ ਕਰ ਰਹੇ ਨੇ, ਜਿੱਥੇ ਜਾ ਕੇ ਦਵਾਈਆਂ ਵਰਤਾ ਰਹੇ ਉੱਥੇ ਜਾ ਕੇ ਕੰਮ ਕਰ ਰਹੇ ਹੈਗੇ ਨੇ। जो पत्रकारिता से जुड़े लोग हैं, सबसे ज़्यादा रिस्पॉन्सिबिलिटी इस वक्त उनके कंधों पर है कि किस तरीके से जो न्यूज़ है, जो लोगों की परेशानी है, दिखते हैं, चाहे गरीब तबके की बात कर लिए या डॉक्टर्स की, वो सरकार तक पहुंचाए ताकि उनकी जो समस्या है वो सुलझ सके। और जहां तक जो पत्रकारिता से जुड़े लोग हैं, चाहे मैं अपनी बात करूं, रिपोर्टर हूं मैं, फील्ड में हमें जाना होता है डेली। हालांकि जो चैनल हैं उनकी तरफ से ये ज़रूर कहा गया है कि आप घर से भी काम कर सकते हैं, स्काइप से हम जुड़कर जो है अपनी इन्फॉर्मेशन, जो खबरें हैं वो देते हैं। लेकिन हमारे ऊपर भी रिस्पॉन्सिबिलिटी है कि किस तरीके से हम जो लोग हैं उनकी समस्या सरकार तक पहुंचाए ताकि ये जो समस्या है वो सुलझ सके। तो मैं अपना जिक्र करना चाहूँगी क्योंकि मैं काफ़ी दूर से हूँ, हिमाचल प्रदेश से हूँ। तो घर से भी बार बार कहा जाता है कि जिस तरीके से लगातार ये जो संक्रमण है बढ़ता जा रहा है, तो कहा जाता है कि आप भी घर वापस आ जाइए। लेकिन हमारे कंधों में ये जिम्मेदारी है कि हम किस तरीके से, खासकर जो गरीब तबके के लोग हैं, उनकी आवाज़ को उठाएं। तो मेरी कोशिश यही है कि इस तरीके की खबर मैं करके दूं इस दौरान कि जो लोगों की समस्या है, जो लोग इस वक्त भूखे हैं, जो डॉक्टर्स हैं जो लगातार अपनी मांग कर रहे हैं कि सुविधाएं उनके पास नहीं हैं, वो हम सरकार तक उनकी आवाज़ पहुंचाए। हालांकि समस्या जिस तरीके से आप जिक्र कर रहे हैं, क्योंकि आप भी रिपोर्टर हैं, आपको भी जाना पड़ता है, काफ़ी चैलेंज इस वक्त हमारे आगे हैं। लेकिन हमारी कोशिश ज़रूर ये है कि हमारी खबरें इस तरीके की हो कि सरकार तक वो आवाज़ जो लोगों की है वो पहुंच सके। ਅਸੀਂ ਆਪਣੀ ਤਰਫੋਂ ਡਿਊਟੀ ਪੂਰੀ ਕਰ ਰਹੇ ਹਾਂ, ਲੇਕਿਨ ਸਾਡਾ ਵੀ ਪਰਿਵਾਰ ਹੈ ਪਿੱਛੋਂ, ਉਹ ਸੋਚਦੇ ਹੈ ਕਿ ਇਹ ਕਿੱਥੇ ਜਾ ਰਹੇ ਨੇ, ਉਹ ਸਾਨੂੰ ਮਨਾ ਕਰਦੇ। ਲੇਕਿਨ ਅਸੀਂ ਤਾਂ ਆਪਣੀ ਡਿਊਟੀ ਕਰਨੀ ਹੈ। ਅਸੀਂ ਆਪਣੀ ਡਿਊਟੀ ਕਰਨ ਲਈ ਬਾਹਰ ਨਿਕਲਦੇ ਹਾਂ ਅਤੇ ਕਈ ਵਾਰ ਲੋਕਾਂ ਤੋਂ ਅਸੀਂ ਇਹ ਵੀ ਸੁਣਦੇ ਹਾਂ ਸੋਸ਼ਲ ਮੀਡੀਆ 'ਤੇ, ਖਾਸ ਤੌਰ 'ਤੇ ਸਾਡਾ ਵੀ ਕਈ ਲੋਕੀ ਬਹਿਸ਼ਕਾਰ ਇਸ ਲਈ ਕਰ ਰਹੇ ਨੇ। ਅਸੀਂ ਤਾਂ ਸਾਰਿਆਂ ਨੂੰ ਕਹਿੰਦੇ ਕਿ ਆਪਣੇ ਘਰਾਂ 'ਚੋਂ ਬਾਹਰ ਨਾ ਨਿਕਲੋ, ਲੇਕਿਨ ਉਹ ਸਾਨੂੰ ਕਹਿੰਦੇ ਕਿ ਤੁਸੀਂ ਇਹ ਸਾਰਾ ਦਿਨ ਆਪਣੇ ਘਰਾਂ 'ਚੋਂ ਬਾਹਰ ਰਹਿੰਦੇ ਹੋ। ਪਰ ਅਸੀਂ ਆਪਣੀ ਡਿਊਟੀ ਕਰ ਰਹੇ, ਜਿਵੇਂ ਬਾਕੀ ਐਮਰਜੈਂਸੀ ਡਿਊਟੀਜ਼ ਦੀ ਡਿਊਟੀ ਹੋ ਰਹੀ ਹੈ, ਐਸੈਂਸ਼ੀਅਲ ਸਰਵਿਸ, ਅਸੀਂ ਵੀ ਜਿਹੜਾ ਮੀਡੀਆ ਉਹ ਵੀ ਇੱਕ ਐਸੈਂਸ਼ੀਅਲ ਸਰਵਿਸ ਦੇ ਵਿੱਚ ਆ ਰਿਹਾ ਹੈ। ਅਸੀਂ ਲੋਕਾਂ ਕੋਲ ਪਲ ਪਲ ਦੀ ਖਬਰ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਤੇ ਲੇਕਿਨ ਜਿਸ ਤਰੀਕੇ ਨਾਲ ਫੀਲਡ ਦੀ ਗੱਲ ਹੈ, ਫੀਲਡ 'ਤੇ ਕਾਫੀ ਸਾਰੀ ਪ੍ਰੋਬਲਮਸ ਹੈਗੀਆਂ
ਤੇ ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ। ਜਿਵੇਂ ਸਰਕਾਰਾਂ ਨੂੰ ਮੀਡੀਆ ਕਰਮੀਆਂ ਨੂੰ ਕਈ ਥਾਵਾਂ ਤੇ ਅਸੀਂ ਜਾਂਦੇ ਹਾਂ ਤਾਂ ਸਾਨੂੰ ਰੋਕ ਲਿਆ ਜਾਂਦਾ ਹੈ, ਬਾਰ-ਬਾਰ ਸਾਡੀ ਚੈਕਿੰਗ ਹੁੰਦੀ ਹੈ। ਅਸੀਂ ਸਾਡੇ ਕੋਲ ਜਿਹੜੇ ਪਾਸ ਹੈਗੇ ਆ, ਜਿਹੜੇ ਆਈ ਕਾਰਡ ਹੈਗੇ ਆ, ਉਹ ਅਸੀਂ ਦਿਖਾਉਂਦੇ, ਉਹਦੇ ਬਾਵਜੂਦ ਸਾਨੂੰ ਕਈ ਜਗ੍ਹਾ ਪੁਲਿਸ ਵਾਲੇ ਤੰਗ ਕਰਦੇ ਨੇ। ਹਾਲਾਂਕਿ ਕੋਈ ਐਸਾ ਕੋਈ ਇੰਨੀ ਵੱਡੀ ਕੋਈ ਪ੍ਰੋਬਲਮ ਨਹੀਂ, ਲੇਕਿਨ ਜਿਹੜੀ ਆਮ ਤੌਰ ਤੇ ਜਿਹੜੀ ਪ੍ਰੋਬਲਮ ਆਉਂਦੀ ਹੈ ਉਹ ਇਹੀ ਹੈ, ਸਾਨੂੰ ਕਵਰੇਜ ਦੀ ਪ੍ਰੋਬਲਮ ਕਈ ਜਗ੍ਹਾ ਤੇ ਆਉਂਦੀ ਹੈ ਤੇ ਕਈ ਥਾਵਾਂ ਤੇ ਲੋਕਾਂ ਨੂੰ ਅਸੀਂ ਬਾਰ-ਬਾਰ ਸਮਝਾਉਂਦੇ ਹਾਂ, ਲੋਕੀ ਨਹੀਂ ਹਟਦੇ ਹੈ। ਸੋਸ਼ਲ ਡਿਸਟੈਂਸਿੰਗ ਦਾ ਬਿਲਕੁਲ ਵੀ ਕਈ ਜਗ੍ਹਾ ਤੇ ਧਿਆਨ ਨਹੀਂ ਰੱਖਿਆ ਜਾਂਦਾ, ਉੱਥੇ ਸਾਨੂੰ ਡਰ ਲੱਗਦਾ ਹੈ। ਤਾਂ ਸਾਡੇ ਪਰਿਵਾਰ ਵਾਲੇ ਵੀ ਹਮੇਸ਼ਾ ਸਾਡੇ ਲਈ ਚਿੰਤਿਤ ਰਹਿੰਦੇ ਨੇ। ਅਸੀਂ ਔਖੇ ਹਾਲਾਤਾਂ ਵਿੱਚ ਕੰਮ ਕਰ ਰਹੇ ਹਾਂ। ਮੈਂ ਨਹੀਂ ਕਹਿੰਦਾ ਵੀ ਅਸੀਂ ਕੋਈ ਆਸਾਨ ਕਰ ਰਹੇ ਹਾਂ, ਆਪੋ ਆਪਣੀ ਸੰਸਥਾ 'ਚ ਅਸੀਂ ਮੁਲਾਜ਼ਮ ਹੈ, ਸਾਡੀ ਡਿਊਟੀ ਬਣਦੀ ਹੈ ਕੰਮ ਕਰਨਾ ਹੈ, ਪਰ ਇਹ ਜ਼ਰੂਰੀ ਸੇਵਾਵਾਂ ਨੇ। ਸਰਕਾਰ ਨੂੰ ਘੱਟੋ ਘੱਟ ਜਦੋਂ ਇਹ ਗੱਲ ਆਈ ਸੀ ਵੀ ਜਿਹੜੇ ਡਾਕਟਰ ਨੇ, ਨਰਸਾਂ ਨੇ, ਸੈਂਟਰੀ ਸਟਾਫ, ਸਫਾਈ ਸੇਵਕ ਨੇ, ਅਸੀਂ ਵੀ ਸਲੂਟ ਕਰਦੇ ਉਹਨਾਂ ਨੂੰ, ਫੋਰ ਫਰੰਟ 'ਤੇ ਹੋ ਕੇ ਉਹ ਫਾਈਟ ਕਰ ਰਹੇ ਨੇ ਕਰੋਨਾ ਨਾਲ। ਜਿਹੜੇ ਪੇਸ਼ੈਂਟ ਨੇ ਕਿਵੇਂ ਉਹਨਾਂ ਨੂੰ ਬਚਾਉਣ ਲਈ ਆਪਣੀ ਜਾਨ ਜੋਖਮ 'ਚ ਪਾ ਕੇ ਕੰਮ ਕਰ ਰਹੇ ਨੇ, ਉਹਨਾਂ ਲਈ ਬੀਮਾ ਬਹੁਤ ਜ਼ਰੂਰੀ ਹੈ। ਮੈਂ ਕਹਿੰਦਾ ਉਹਨਾਂ ਨੂੰ ਇਨਸੈਂਟਿਵ ਦੇਣਾ ਚਾਹੀਦਾ, ਉਹਨਾਂ ਨੂੰ ਹਰ ਮਹੀਨੇ ਜਿਵੇਂ ਹਰਿਆਣਾ ਸਰਕਾਰ ਨੇ ਡਬਲ ਸੈਲਰੀ ਕਰਦੀ ਹੈ, ਇੱਦਾਂ ਦਾ ਉਹਨਾਂ ਨੂੰ ਦੇਣਾ ਚਾਹੀਦਾ। ਉਹਨਾਂ ਨੂੰ ਪਤਾ ਲੱਗੇ ਵੀ ਸਰਕਾਰ ਸਾਡੀ ਕਦਰ ਕਰਦੀ ਹੈ। ਹੁਣ ਆਪਾਂ ਆਈਏ ਆਪਣੇ ਭਾਈਚਾਰੇ 'ਤੇ, ਸਾਡੇ ਵੀ ਬੜੇ ਆਡੀਅੰਸ ਜੋਬ ਹੈ। ਘੱਟੋ ਘੱਟ ਸਰਕਾਰ ਨੂੰ ਬੀਮਾ ਇੰਸ਼ੋਰੈਂਸ ਤਾਂ ਕਰਨੀ ਚਾਹੀਦੀ ਹੈ ਜਿਵੇਂ ਹੋਰ ਕੈਟਾਗਰੀਆਂ ਦੀ ਕੀਤੀ ਹੈ, ਕਿਉਂਕਿ ਅਸੀਂ ਵੀ ਉਹੀ ਕੰਮ ਕਰਦੇ ਹਾਂ। ਅਸੀਂ ਸਰਕਾਰ ਜੋ ਇੱਥੇ ਕਰ ਰਹੀ ਅੱਜ ਪੰਜਾਬ 'ਚ, ਉਹ ਸਾਰੀ ਗੱਲ ਆਪੋ ਆਪਣੇ ਰੂਪ 'ਚ, ਕੋਈ ਅਖਬਾਰ ਰਾਹੀਂ, ਇਲੈਕਟ੍ਰੋਨਿਕ ਮੀਡੀਆ ਰਾਹੀਂ ਘਰ ਘਰ ਪਹੁੰਚਾਉਂਦਾ ਹੈ ਵੀ ਕਿਵੇਂ ਆਪਾਂ ਕਰੋਨਾ ਵਿਰੁੱਧ ਲੜਨਾ ਹੈ। ਠੀਕ ਹੈ ਨਾ। ਸੋ ਇਸ ਕਰਕੇ ਪਹਿਲੀ ਗੱਲ ਤਾਂ ਹੈ ਵੀ ਇੰਸ਼ੋਰੈਂਸ ਬੀਮਾ ਕਰਨਾ ਚਾਹੀਦਾ ਸਰਕਾਰ ਨੂੰ। ਅਸੀਂ ਕੋਈ ਫਾਈਟ ਨਹੀਂ ਕਰ ਰਹੇ, ਇਹਦੇ ਲਈ ਕੋਈ ਰੋਸ ਨਹੀਂ ਕਰਦੇ ਸਰਕਾਰ ਕੋਲ, ਕਿਉਂਕਿ ਰੋਸ ਦੇ ਸਮੇਂ ਖਤਮ ਹੋ ਗਏ। ਦੂਸਰੀ ਹੁਣੇ ਇੱਕ ਗੱਲ ਆਈ ਸੀ, ਸਾਡੇ ਚੰਡੀਗੜ੍ਹ ਦੇ ਜਿਹੜੇ ਪੰਜਾਬ ਨੂੰ ਕਵਰ ਕਰਦੇ ਨੇ ਪੱਤਰਕਾਰ, ਕਿਉਂਕਿ ਇਹ ਸੈਕਟਰੀਏਟ ਬੰਦ ਹੋ ਗਿਆ ਕੁਦਰਤੀ। ਪਹਿਲੋਂ ਸਾਨੂੰ ਬਹੁਤ ਸਹੂਲਤਾਂ ਸੀ, ਸੈਕਟਰੀਏਟ ਜਾਈਦਾ ਸੀ, ਸੈਕੰਡ ਫਲੋਰ 'ਤੇ ਪ੍ਰੈਸ ਰੂਮ ਸੀ, ਉੱਥੇ ਬੈਠੀ ਦਾ ਸੀ, ਸਾਨੂੰ ਚਾਹ ਪਾਣੀ ਵੀ ਮਿਲਦਾ ਸੀ। ਸੋ ਹੁਣ ਆਡੀਓ ਜੋਬ 'ਚ ਇਹ ਨਹੀਂ ਕਹਿੰਦੇ ਵੀ ਸਾਨੂੰ ਕੋਈ 5 ਸਟਾਰ ਸਾਨੂੰ ਕੋਈ ਫੈਸਿਲਿਟੀ ਦਿੱਤੀ ਜਾਵੇ। ਇੱਕ ਟੈਂਪਰੇਰੀ ਜਿਵੇਂ ਵਾਰ ਰੂਮ ਬਣਿਆ ਹੈ ਨਾ, ਇਸੇ ਤਰ੍ਹਾਂ ਕੋਈ ਸਾਨੂੰ ਟੈਂਪਰੇਰੀ ਕੋਈ 2-4 ਕਮਰੇ ਦੇ ਦਿੰਦੇ, ਜਿਵੇਂ ਸੈਂਟਰਲ ਪਲੇਸ ਸੈਕਟਰ 17 ਹੈ ਉੱਥੇ ਦੇ ਦਿੰਦੇ, ਇੱਕ ਅੱਧਾ ਕੋਈ ਸਟਾਫ ਮੈਂਬਰ ਉੱਥੇ ਦੇ ਦਿੰਦੇ। ਘੱਟੋ ਘੱਟ ਪਾਣੀ ਦਾ ਪ੍ਰਬੰਧ ਹੁੰਦਾ, ਕਿਉਂਕਿ ਸਾਨੂੰ ਇਕੱਠਿਆਂ ਹੋਣਾ ਪੈਂਦਾ ਹੈ, ਸਾਨੂੰ ਇੱਕ ਦੂਜੇ ਨਾਲ ਸ਼ੇਅਰ ਕਰਨੀ ਪੈਂਦੀ ਗੱਲ। ਇਹ ਨਹੀਂ ਵੀ ਇੱਕ ਬੰਦਾ ਵੱਖਰੇ ਤੌਰ 'ਤੇ ਕਰ ਲੇਗਾ। ਸੋ ਮੁੱਖ ਤੌਰ 'ਤੇ ਇੰਸ਼ੋਰੈਂਸ ਜਿਹੜਾ ਜ਼ਰੂਰ ਮਸਟ ਬਣਦਾ ਹੈ ਜਿਹੜੇ ਪੱਤਰਕਾਰ ਇਹ ਆਡੀਅੰਸ ਜੋਬ 'ਚ ਕੰਮ ਕਰਦੇ, ਕਿਉਂਕਿ ਇੱਕ ਦੋ ਖਬਰਾਂ ਵੀ ਆਈਆਂ ਨੇ ਸਾਡੇ ਪੱਤਰਕਾਰਾਂ ਨੂੰ ਪ੍ਰੋਬਲਮ ਆਈ ਹੈ, ਉਹਨਾਂ ਨੂੰ ਹਸਪੀਟਲ ਜਾਣਾ ਪਿਆ ਹੈ। ਸੋ ਮੁੱਖ ਮੰਗ ਤਾਂ ਇਹ ਹੈ। ਦੂਸਰੀ ਜਿਹੜੀ ਹੈ ਪੰਜਾਬ ਸਰਕਾਰ ਨੂੰ ਰਿਕੁਐਸਟ ਹੈ, ਸਾਡੀ ਬੇਨਤੀ ਹੈ, ਇੱਕ ਟੈਂਪਰੇਰੀ ਪ੍ਰੈਸ ਰੂਮ ਬਣਾਤਾ ਜਾਵੇ ਜਿੱਥੇ ਉਹਨਾਂ ਨੂੰ ਸਹੂਲਤ ਹੈ, ਕਿਉਂਕਿ ਸਰਕਾਰੀ ਦਫ਼ਤਰ ਖਾਲੀ ਪਏ ਨੇ। ਉੱਥੇ ਬਸ ਇਹ ਨਹੀਂ ਕਹਿੰਦੇ ਵੀ ਸਾਡੇ ਲਈ ਖਾਣੇ ਦੇ ਪ੍ਰਬੰਧ ਕੀਤੇ ਜਾਣ, ਚਾਹਾਂ ਦਿੱਤੀਆਂ ਜਾਣ, ਉੱਥੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ, ਇੰਨੀ ਗੱਲ ਹੈ। ਪਰ ਪੱਤਰਕਾਰ ਭਾਈਚਾਰਾ ਜੋ ਯੋਗਦਾਨ ਇਸ ਵੇਲੇ ਕਰ ਰਿਹਾ ਹੈ, ਕੱਲੇ ਗਲੀ ਮੁਹੱਲੇ 'ਚ ਜਾ ਕੇ, ਲੋਕਾਂ ਕੋਲ ਜਾ ਕੇ, ਸਰਕਾਰ ਕੋਲ ਜਾ ਕੇ ਜਿਹੜੀ ਗੱਲ ਪਹੁੰਚਾ ਰਿਹਾ, ਬਹੁਤ ਵੱਡੀ ਸੇਵਾ ਕਰ ਰਿਹਾ। ਔਰ ਸਾਨੂੰ ਇਹ ਸੇਵਾ ਕਰਦੇ ਰਹਿਣਾ ਚਾਹੀਦਾ, ਭਾਵੇਂ ਸਾਡੀ ਕੋਈ ਗੱਲ ਮੰਨੀ ਜਾਵੇ ਜਾਂ ਨਾ ਮੰਨੀ ਜਾਵੇ, ਸਾਡੀ तो ड्यूटी है, साडा धर्म है, साडा कर्म है। देखिए बड़ा एक अजीब सा माहौल है, सन्नाटा है, पूरी एक अजीब तरह की शांति है। और जैसा कि कहा जाता है कि चंडीगढ़ ये बड़े शहर कंक्रीट के जंगल होते हैं, पहले ऐसा नहीं लगता था, लोगों की चहल पहल थी, पूरा सारी जगह रौनक थी, लेकिन अब लगता है जैसे हम सेक्टर 17 में खड़े, अब वास्तव में लगता है कि कंक्रीट का जंगल है, इंसान कहीं दिखाई नहीं दे रहे हैं। और एक रिपोर्टिंग करते वक्त भी एक अजीब सा एक डर रहता है, एक आशंका रहती है। दिन में हमें कभी यहाँ कभी वहाँ जगह जगह जाना पड़ता है, और कई दफ्तरों में जाना पड़ता है, लोगों के साथ मिलना पड़ता है, और दफ्तरों में जाना पड़ता है। कहीं हम दरवाजे का हैंडल पकड़ते हैं, कहीं किसी टॉयलेट को यूज़ करते हैं, किसी दफ्तर में जाते हैं, बैठना भी पड़ता है। तो ये बड़ी एक आशंका रहती है कहीं हम किसी कोरोना पॉजिटिव के संपर्क में ना आ जाएं, कहीं संक्रमण हम अपने साथ ना ले जाएं, और पीछे जैसे परिवार है उन लोगों के लिए हम कोई ख़तरा ना बन जाएं। तो एक अजीब तरह की एक स्थितियां हैं, अपने आप को किस तरह से हम लोगों से दूर रखें। तो बड़ा एक अलग प्रकार का एक माहौल, ऐसा पहले कभी ना सोचा था ना हुआ था। ਤਾਂ ਮੈਂ ਕਈ ਵਾਰੀ ਸ਼ਾਮੀ ਲਾਈਵ ਹੋ ਜਾਣਾ
ਤੇ ਮੈਂ ਜਦੋਂ ਇੱਕ ਦਿਨ ਲਾਈ ਨਾ ਤਾਂ ਕਈ ਮੈਸੇਜ ਆਉਣ ਲੱਗ ਜਾਂਦੇ ਆ ਕਿ ਵੀਰ ਕਦੋਂ ਆਉਣਾ ਤੂੰ, ਹਨਾ ਵੀ ਲੋਕ ਇੰਨਾ ਆਪਣਾਪਣ ਸਮਝਦੇ ਆ, ਲੋਕ ਇੰਨਾ ਪਿਆਰ ਕਰਦੇ ਆ ਤੁਹਾਨੂੰ, ਤਾਂ ਫਿਰ ਉਹ ਲੋਕ ਤੁਹਾਡੇ ਤੋਂ ਉਮੀਦਾਂ ਕਰਦੇ ਆ, ਉਹਨਾਂ ਉਮੀਦਾਂ ਤੇ ਤੁਹਾਨੂੰ ਖਰੇ ਉਤਰਨਾ ਪੈਂਦਾ। ਉਹ ਤੁਹਾਨੂੰ, ਤੁਹਾਡੇ ਲਈ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਉਹ ਤੋਂ ਭੱਜ ਨਹੀਂ ਸਕਦੇਗੇ। ਤਾਂ ਇਸ ਕਰਕੇ ਤੁਹਾਨੂੰ ਆਪਦਾ ਘਰ, ਆਪਦਾ ਪਰਿਵਾਰ, ਤੁਹਾਨੂੰ ਆਪਦੀ ਜੌਬ, ਤੁਹਾਨੂੰ ਲੋਕਾਂ ਦਾ ਭਰੋਸਾ, ਉਹ ਹਰ ਚੀਜ਼ ਮੈਨੇਜ ਕਰਨੀ ਪੈਂਦੀ ਆ। ਔਰ ਮੈਨੇਜ ਕਰਨੀ ਇੱਕ ਪੱਤਰਕਾਰ ਦੇ ਲਈ ਬਹੁਤ ਵੱਡੀ ਚੁਣੌਤੀ ਆ। ਲੋਕਾਂ ਨੂੰ ਲੱਗਦਾ ਖਬਰ ਦੇ ਥੱਲੇ 1 ਮਿੰਟ 'ਚ ਟਿੱਪਣੀ ਕਰ ਦਿੰਦੇ ਆ, ਉਹ ਇਹ ਨਹੀਂ ਸੋਚਦੇ ਕਿ ਯਾਰ ਤੁਸੀਂ ਸਾਡੀਆਂ ਚੁਣੌਤੀਆਂ ਬਾਰੇ ਸੋਚ ਕੇ ਤਾਂ ਦੇਖੋ, ਕਿਤੇ ਸੋਚ ਕੇ ਦੇਖੋ ਚੁਣੌਤੀਆਂ, ਅਸੀਂ ਕਿੰਨੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹਾਂ। ਨੋ ਡਾਊਟ ਕਿ ਅਸੀਂ ਇੰਪਲਾਈ ਹਾਂ, ਅਸੀਂ ਕੰਪਨੀ ਤੋਂ ਤਨਖਾਹ ਲੈਂਦੇ ਹਾਂ ਤਾਂ ਕੰਮ ਕਰਦੇ ਹਾਂ। ਅਸੀਂ ਨਹੀਂ ਮੁਨਕਰ ਕਿ ਅਸੀਂ ਤਨਖਾਹ ਲਈ ਕੰਮ ਨਹੀਂ ਕਰਦੇ, ਅਸੀਂ ਤਨਖਾਹ ਲਈ ਕੰਮ ਕਰਦੇ ਹਾਂ। ਪਰ ਹਰ ਬੰਦਾ ਆਪਦੇ ਘਰ ਲਈ ਕੰਮ ਕਰਦਾ, ਪਰ ਅਸੀਂ ਤਨਖਾਹ ਦੇ ਨਾਲ ਨਾਲ ਆਪਦੇ ਜ਼ਮੀਰ ਲਈ, ਆਪਦੀ ਜ਼ਿੰਮੇਵਾਰੀ ਲਈ ਇੱਕ ਫਰਜ਼ ਵੀ ਸਮਝ ਕੇ ਕੰਮ ਕਰਦੇ ਹਾਂ। ਜਦੋਂ ਘਰੋਂ ਸਵੇਰੇ ਨਿਕਲਦੇ ਕਿਤੇ ਨਾ ਕਿਤੇ ਤਾਂ ਦਿਲ ਅੰਦਰ ਡਰ ਹੁੰਦਾ ਹੋਊਗਾ ਕਿ ਯਾਰ ਜੇ ਮੇਰੇ ਨਾਲ ਕੁਝ ਮਿਸਹੈਪਨਿੰਗ ਹੋ ਗਈ ਤਾਂ ਮੈਂ ਪਰਿਵਾਰ ਦਾ ਕੀ ਬਣੂ। ਸਭ ਤੋਂ ਪਹਿਲਾਂ ਤਾਂ ਡਰ ਇਹੀ ਲੱਗਦਾ ਹੈਗਾ ਵੀ ਤਿਆਰ ਹੋ ਕੇ ਆ ਗਏ ਜਾਂ ਕੁਝ ਗੱਡੀ ਪੂਰੀ ਰਾਤ ਦੀ ਬਾਹਰ ਖੜੀ ਹੈ, ਹੱਥ ਹੈਂਡਲ ਲਾਉਂਦੇ, ਸਭ ਤੋਂ ਪਹਿਲਾਂ ਉਹਦੀ ਡਰ ਲੱਗਦਾ ਹੈਗਾ। ਸਭ ਤੋਂ ਪਹਿਲਾਂ ਗੱਡੀ ਦੇ ਡੋਰ ਨੂੰ ਸੈਨੀਟਾਈਜ਼ ਕਰਕੇ ਜਾਂ ਹੋਰ ਬਾਹਰ ਆ ਕੇ, ਹਾਲਾਂਕਿ ਗੱਡੀ ਖੁਦ ਸਵੇਰੇ ਸ਼ਾਮ ਆਪਣੇ ਆਪ ਨੂੰ ਜਿੱਥੇ ਅਸੀਂ ਰਿਪੋਰਟਿੰਗ ਤਿਆਰ ਹੋ ਕੇ ਬਾਹਰ ਆਉਂਦੇ ਹਾਂ, ਘਰੇ ਜਾਣ ਤੋਂ ਪਹਿਲਾਂ ਨਹਾਉਂਦੇ ਹਾਂ, ਤਾਂ ਫਿਰ ਉਸ ਤੋਂ ਬਾਅਦ ਸਵੇਰੇ ਸਭ ਤੋਂ ਪਹਿਲਾਂ ਗੱਡੀ ਨੂੰ ਵੀ ਨਹਾਉਣਾ ਪੈਂਦਾ। ਸਾਰਾ ਕੁਝ ਜੇ ਆਪਣੇ ਵਹੀਕਲ ਜਿੰਨੇ ਵੀ ਅਸੈਸਰੀਜ਼ ਹੈਗੀਆਂ ਨੇ, ਠੀਕ ਹੈ, ਪ੍ਰੀਕਾਸ਼ਨਸ, ਡੇਲੀ ਯੂਜ਼ ਵਾਲੇ ਮਾਸਕ ਜਿਹੜੇ ਹੈਗੇ ਨੇ, N95 ਮਾਸਕ ਜਿੱਥੇ ਏਰੀਆ 'ਚ ਹੈਗਾ ਉੱਥੇ ਉਹ ਲਾ ਰਹੇ ਆ, ਜਾਂ ਦੂਜੇ ਜਿਹੜੇ ਹੈਗੇ ਨੇ ਇਹਨਾਂ ਦੇ ਉੱਪਰ ਰੁਮਾਲ ਵੀ ਬਣ ਰਹੇ ਆ, ਅਤੇ ਜਿਹੜਾ ਵਨ ਟਾਈਮ ਯੂਜ਼ ਹੈਗਾ ਗਲਵਜ਼ ਹੋ ਗਏ ਜਾਂ ਹੋਰ ਚੀਜ਼ਾਂ ਹੈਗੀਆਂ ਨੇ, ਉਹ ਅਸੀਂ ਉਹ ਕਰਦੇ ਹਾਂ ਜਦੋਂ ਫ੍ਰੀ ਟਾਈਮ ਹੁੰਦਾ। ਹੁਣ ਖਾਣਾ ਖਾਣ ਵਾਸਤੇ ਅਸੀਂ ਬੈਠੇ ਸੀਗੇ ਤਾਂ ਗਲਵਜ਼ ਵਗੈਰਾ ਉਤਾਰਤੇ। ਪਰ ਦਿੱਕਤ ਸਾਨੂੰ ਇੱਕ ਇਹ ਆ ਰਹੀ ਹੈ, ਲਾਈਕ ਜਿਵੇਂ ਹੁਣ ਅਸੀਂ 17 ਸੈਕਟਰ ਦੇ ਵਿੱਚ ਚੰਡੀਗੜ੍ਹ ਦੇ ਮੀਡੀਆ ਵਾਲਿਆਂ ਨੇ ਆਪਣਾ ਇੱਕ ਸੈਂਟਰ ਬਣਿਆ ਹੋਇਆ ਸਾਡਾ, ਇੱਕ ਲਾਈਕ ਇੰਡੀਅਨ ਕਾਫੀ ਇਕੱਠੇ ਹੋ ਜਾਂਦੇ ਇੰਡੀਅਨ ਕਾਫੀ ਹਾਊਸ ਹੈਗਾ ਸਾਡੇ ਪਿੱਛੇ, ਤੇ ਇੱਥੇ ਹੀ ਅਸੀਂ ਆਪਣਾ ਜਿਹੜਾ ਹੈਗਾ ਸੈਂਟਰ ਬਣਾਇਆ ਹੋਇਆ। ਪਰ ਦਿੱਕਤ ਇੱਕ 17 'ਚ ਇਹ ਆ ਰਹੀ ਹੈ, ਪੀਣ ਨੂੰ ਪਾਣੀ ਨਹੀਂ ਹੈਗਾ, ਮੋਟਰਾਂ ਜਿਹੜੀਆਂ ਹੈਗੀਆਂ ਨੇ ਇੱਥੇ ਖਰਾਬ ਹੈਗੀਆਂ। ਸਾਡੇ ਮੋਸਟਲੀ ਪੱਤਰਕਾਰਾਂ ਦੇ ਦਫ਼ਤਰ ਜਿੰਨੇ ਹੈਗੇ ਨੇ, ਜਰਨਲਿਸਟ ਜਾਂ ਜਿੰਨੇ ਵੀ ਕੰਪਨੀਆਂ ਹੈਗੀਆਂ, ਮੋਸਟਲੀ ਇੱਥੇ ਦਫ਼ਤਰ ਹੈਗੇ ਨੇ ਸਾਰੇ ਨੈਸ਼ਨਲ ਚੈਨਲ ਵਾਲਿਆਂ ਦੇ। ਤੇ ਇੱਥੇ ਪਾਣੀ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਹੈਗੀ। 2 ਪ੍ਰੋਗਰਾਮ ਫਿਲਹਾਲ ਸਾਨੂੰ ਬੰਦ ਕਰਨੇ ਪਏ ਨੇ, ਦਫ਼ਤਰ ਦੇ ਵੱਲੋਂ ਸੁਰੱਖਿਆ ਦੇ ਲਿਹਾਜ਼ ਨਾਲ ਇਹ ਚੀਜ਼ਾਂ ਬੰਦ ਕੀਤੀਆਂ ਗਈਆਂ ਨੇ। ਬਾਕੀ ਡੈਸਕ ਦੇ ਉੱਤੇ ਵੀ ਤੁਹਾਡੇ ਕੋਲ ਜੋ ਖਬਰਾਂ ਆਉਂਦੀਆਂ ਨੇ ਸਾਰੀਆਂ ਤੁਸੀਂ ਜੋ ਤਿਆਰ ਕਰਨਾ ਹੁੰਦਾ ਬੁਲੇਟਿਨ, ਲੋਕਾਂ ਤੱਕ ਜੋ ਖਬਰਾਂ ਪਹੁੰਚਾਉਣੀਆਂ ਨੇ, ਉਹ ਕਰੀਬ ਸਾਰੀਆਂ ਕਰੋਨਾ ਵਾਇਰਸ ਦੇ ਉੱਤੇ ਹੀ ਆਧਾਰਿਤ ਹੁੰਦੀਆਂ ਨੇ। ਤੇ ਮੈਨੂੰ ਇੱਕ ਚੀਜ਼ ਦੀ ਕਮੀ ਇਹ ਮਹਿਸੂਸ ਹੋ ਰਹੀ ਹੈ ਫਿਲਹਾਲ ਕਿ ਤੁਹਾਡੇ ਕੋਲ ਪੋਜ਼ਿਟਿਵ ਖਬਰਾਂ ਜਿਹੜੀਆਂ ਨੇ ਉਹ ਕਾਫੀ ਘੱਟ ਆ ਰਹੀਆਂ ਨੇ, ਕਿਉਂਕਿ ਕਰੋਨਾ ਦੀ ਵਜ੍ਹਾ ਕਰਕੇ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਨਾਲ ਤੁਸੀਂ ਪੋਜ਼ਿਟਿਵ ਮਾਹੌਲ ਬਣਾਉਣਾ ਹੁੰਦਾ ਹੈ। ਉਸ ਤਰ੍ਹਾਂ ਦੀਆਂ ਖਬਰਾਂ ਮੈਨੂੰ ਥੋੜੀ ਕਮੀ ਲੱਗ ਰਹੀ ਹੈ ਕਿ ਫੀਲਡ ਦੇ ਵਿੱਚ ਖਬਰਾਂ ਨੇ ਵੀ ਹੁਣ ਕਰੋਨਾ ਦਾ ਰੂਪ ਅਖਤਿਆਰ ਲਿਆ। ਬਿਲਕੁਲ ਸਾਰੀਆਂ ਖਬਰਾਂ ਕਰੋਨਾ ਪ੍ਰਭਾਵਿਤ ਖਬਰਾਂ ਨੇ ਇਸ ਵੇਲੇ, ਨਾ ਸਿਰਫ ਇਨਸਾਨ ਪ੍ਰਭਾਵਿਤ ਬਲਕਿ ਸਾਡੀ ਨਿਊਜ਼ ਜਿਹੜਾ ਪੂਰਾ ਖਬਰਾਂ ਨੇ ਉਹ ਪੂਰੀ ਤਰ੍ਹਾਂ ਕਰੋਨਾ ਦੇ ਨਾਲ ਪ੍ਰਭਾਵਿਤ ਨੇ। ਸਮਾਜਿਕ ਤੌਰ 'ਤੇ ਅਸਰ ਪਿਆ ਹੈ, ਸਮਾਜਿਕ ਤੌਰ 'ਤੇ ਵੱਡਾ ਅਸਰ ਇਹ ਹੈ ਕਿ ਤੁਸੀਂ ਘਰ ਤੋਂ ਲੈ ਕੇ ਦਫ਼ਤਰ ਤੱਕ ਇਹ ਤਬਦੀਲੀ ਮਹਿਸੂਸ ਕਰਦੇ ਹੋ ਕਿ ਕਰੋਨਾ ਵਾਇਰਸ ਨੇ ਸਾਡੇ ਸਮਾਜ ਨੂੰ ਕਿੰਨਾ ਬਦਲ ਕੇ ਰੱਖ ਦਿੱਤਾ ਹੈ। ਘਰੋਂ ਨਿਕਲਦੇ ਹਾਂ, ਤੁਹਾਡੀ ਸੁਸਾਇਟੀ ਦੇ ਵਿੱਚ ਤੁਹਾਨੂੰ ਬਕਾਇਦਾ ਉੱਥੇ ਪੁੱਛਿਆ ਜਾਂਦਾ ਹੈ ਕਿ ਤੁਸੀਂ ਕਿੱਥੇ ਜਾ ਰਹੇ ਹੋ, ਅਤੇ ਪੂਰੀ ਪੁੱਛ ਪੜਤਾਲ ਹੁੰਦੀ ਹੈ। ਸੁਸਾਇਟੀ ਦਾ ਮੈਂ ਤੁਹਾਨੂੰ ਦੱਸਾਂ ਤੇ ਬਕਾਇਦਾ ਸਾਡੇ ਕੋਲੋਂ ਇੱਕ ਤੋਂ ਪਹਿਲਾਂ ਮਕਾਨ ਮਾਲਕ ਨੂੰ ਅਸੀਂ ਸਾਰੇ ਸਬੂਤ ਦਿੱਤੇ ਸੀ, ਉਸ ਤੋਂ ਬਾਅਦ ਹੁਣ ਦੁਬਾਰਾ ਸਾਡੇ ਕੋਲੋਂ ਇਹ ਪੂਰੇ ਜੋ ਕਾਗਜ਼ਾਤ ਸੀ ਸਾਡੇ ਵਾਹਨ ਤੋਂ ਲੈ ਕੇ ਸਾਡੇ ਖੁਦ ਦੇ ਜਿਹੜੇ ਡਾਕੂਮੈਂਟ ਨੇ ਉਹ ਦੁਬਾਰਾ ਇਕੱਤਰ ਕੀਤੇ ਗਏ ਨੇ। ਹੋ ਸਕਦਾ ਸਿਕਿਉਰਿਟੀ ਦੇ ਲਿਹਾਜ਼ ਨਾਲ ਉਹ ਰੱਖਣਾ ਚਾਹੁੰਦੇ ਹੋਣ, ਪਰ ਇੱਕ ਨਵੀਂ ਤਬਦੀਲੀ ਜਿਹੜੀ ਹੈ ਵੇਖਣ ਨੂੰ ਮਿਲੀ ਹੈ। ਪਰ ਦਫ਼ਤਰ ਤੋਂ ਤੁਸੀਂ ਨਿਕਲਦੇ ਹੋ, ਘਰੋਂ ਨਿਕਲਦੇ ਹੋ, ਅਤੇ ਦਫ਼ਤਰ ਤੱਕ ਪਹੁੰਚਣ ਤੱਕ ਤੁਹਾਨੂੰ ਇਹ ਚੀਜ਼ਾਂ ਮਹਿਸੂਸ ਹੁੰਦੀਆਂ ਨੇ। ਰਾਹ ਦੇ ਵਿੱਚ ਜਿਵੇਂ ਮੈਨੂੰ 2 ਥਾਂ 'ਤੇ ਪੁਲਿਸ ਵਾਲੇ ਮਿਲਦੇ ਨੇ ਅਤੇ ਦੋਵੇਂ ਥਾਂ ਦੇ ਉੱਤੇ ਤੁਹਾਨੂੰ ਰੋਕ ਕੇ ਪੁੱਛਿਆ ਜਾਂਦਾ ਕਿ ਤੁਸੀਂ ਕਿੱਥੇ ਜਾ ਰਹੇ ਹੋ, ਤੁਹਾਨੂੰ ਬਕਾਇਦਾ ਆਪਣੀ ID ਸ਼ੋਅ ਕਰਨੀ ਪੈਂਦੀ ਹੈ। ਤਾਂ ਪੈਰ ਦੇ ਉੱਤੇ ਤੁਹਾਨੂੰ ਖੁਦ ਬਾਰੇ ਦੱਸ ਕੇ ਚੱਲਣਾ ਪੈਂਦਾ ਹੈ ਕਿ ਇਸ ਵੇਲੇ ਜੋ ਮੌਜੂਦਾ ਸਥਿਤੀ ਜਿਹੜੀ ਹੈ ਬਣੀ ਹੋਈ ਹੈ। ਅਤੇ ਉਸ ਤੋਂ ਬਾਅਦ ਇੱਕ ਵੱਡੀ ਦਿੱਕਤ ਜਿਹੜੀ ਹੈ ਪਰਿਵਾਰਕ ਤੌਰ 'ਤੇ ਮੈਂ ਤੁਹਾਨੂੰ ਦੱਸਾਂ ਤਾਂ ਕਰੀਬ 1.5 ਮਹੀਨਾ ਹੋ ਚੁੱਕਿਆ, ਮਤਲਬ 1.5 ਮਹੀਨੇ ਤੋਂ ਮੈਂ ਘਰੇ ਨਹੀਂ ਗਿਆ। 3 ਸਾਲ ਦੀ ਮੇਰੀ ਬੇਟੀ ਹੈ, ਅਤੇ ਹੁਣ ਲਗਾਤਾਰ ਫੋਨ ਦੇ ਉੱਤੇ ਉਹਦੇ ਨਾਲ ਗੱਲਬਾਤ ਹੁੰਦੀ ਹੈ, ਅਤੇ ਉਹ ਅਕਸਰ ਥੋੜ੍ਹੀ ਇੱਕ ਦੂਰੀ ਮਹਿਸੂਸ ਹੁੰਦੀ ਹੈ ਪਰਿਵਾਰ ਨਾਲ ਕਿ ਤੁਸੀਂ ਜਾ ਨਹੀਂ ਸਕਦੇ, ਕਿਉਂਕਿ ਅਕਸਰ ਮੈਂ ਹਫ਼ਤਾਵਾਰੀ ਤੌਰ 'ਤੇ ਘਰ ਚਲੇ ਜਾਂਦਾ ਸੀ ਜਦੋਂ ਛੁੱਟੀ ਖਤਮ ਹੁੰਦੀ ਸੀ, ਛੁੱਟੀ ਤੋਂ ਬਾਅਦ। ਪਰ ਫਿਲਹਾਲ ਹੁਣ ਮੈਨੂੰ ਲਗਾਤਾਰ, ਕਿਉਂਕਿ ਜਿਸ ਤਰੀਕੇ ਨਾਲ ਲੋਕਡਾਊਨ ਵੱਧ ਰਿਹਾ ਹੈ, ਤਾਂ ਤੁਹਾਡੀ ਪਰਿਵਾਰਕ ਦੂਰੀ ਜਿਹੜੀ ਹੈ ਇਹਦੇ ਨਾਲ ਮੈਨੂੰ ਲੱਗਦਾ ਕਾਫੀ ਵੱਧ ਗਈ ਹੈ, ਅਤੇ ਮੈਂ ਪਰਿਵਾਰ ਨੂੰ ਆਪਣੇ ਨੂੰ ਕਾਫੀ ਮਿਸ ਕਰ ਰਿਹਾ। ਜਿੱਥੇ ਰਾਸ਼ਨ ਦੀਆਂ ਦੁਕਾਨਾਂ ਖੁੱਲ੍ਹੀਆਂ ਉੱਥੇ ਜਾ ਕੇ ਦੇਖ ਰਹੇ ਨੇ ਕਿ ਲੋਕ ਵਾਇਲੇਸ਼ਨ ਨਹੀਂ ਕਰ ਰਹੇ, ਤਾਂ ਉਹ ਆਪਣੇ ਆਪ ਨੂੰ ਖਤਰੇ ਦੇ ਵਿੱਚ ਪਾ ਕੇ ਕੰਮ ਕਰ ਰਹੇ। ਬੇਮਿਸਾਲ ਔਰ ਬਾ ਕਮਾਲ ਹੈ ਕਿ ਪੱਤਰਕਾਰ ਭਾਈਚਾਰਾ ਵੀ ਇਸ ਮੌਕੇ ਆਪਣਾ ਪੂਰਾ ਫਰਜ਼ ਨਿਭਾ ਰਿਹਾ, ਪਿੱਛੇ ਨਹੀਂ ਹਟ ਰਿਹਾ ਗਿਆ। ਹਾਲਾਂਕਿ ਜਿਹੜੇ ਗੌਰਮੈਂਟ ਦੇ ਇੰਪਲਾਈਜ਼ ਆ ਉਹਨਾਂ ਦੀ ਇੰਸ਼ੋਰੈਂਸ ਆ 50-50 ਲੱਖ ਰੁਪਏ ਦੀ ਕੀਤੀ, ਮਤਲਬ ਪੰਜਾਬ ਸਰਕਾਰ ਨੇ ਕੀਤੀ ਹੈ, ਚਾਹੇ ਉਹਨਾਂ ਦਾ ਪੁਲਿਸ ਵਾਲੇ ਨਹੀਂ, ਚਾਹੇ ਪੈਰਾਮੈਡੀਕਲ ਸਟਾਫ ਹੈ, ਚਾਹੇ ਮੈਡੀਕਲ ਸਟਾਫ ਜਾਂ ਮੰਡੀ ਬੋਰਡ ਦੇ ਵਿੱਚ ਜਿਹੜੇ ਮੰਡੀਆਂ ਦੇ ਵਿੱਚ ਸਰਕਾਰੀ ਅਧਿਕਾਰੀ ਕੰਮ ਕਰ, ਜਿੰਨੇ ਵੀ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਦਾ 50 ਲੱਖ ਰੁਪਏ ਤੱਕ ਸਰਕਾਰ ਨੇ ਬੀਮਾ ਕੀਤਾ ਹੋਇਆ। ਲੇਕਿਨ ਪੱਤਰਕਾਰ ਭਾਈਚਾਰੇ ਨੂੰ ਬਾਹਰ ਰੱਖਿਆ ਗਿਆ, ਹਾਲਾਂਕਿ ਮੰਗ ਉੱਠੀ ਕਿ ਇਹਨਾਂ ਨੂੰ ਸ਼ਾਮਲ ਕੀਤਾ ਜਾਵੇ। ਇਹ ਉਹ ਕਰੋਨਾ ਵਾਰੀਅਰਸ ਨੇ ਜਿਹੜੇ ਲੜਾਈ ਲੜ ਰਹੇ ਹੈਗੇ ਨੇ। ਅਤੇ ਇੱਕ ਚੈਲੰਜ ਹੈ ਕਿ ਜਦੋਂ ਫੀਲਡ 'ਚੋਂ ਘਰ ਆਉਂਦੇ ਜੇ ਅਤੇ ਸਭ ਤੋਂ ਪਹਿਲਾਂ ਡਰ ਲੱਗਾ ਰਹਿੰਦਾ ਹੈਗਾ, ਬੱਚਿਆਂ ਨੂੰ ਵੀ ਮਿਲਣ ਦਾ ਵੀ ਨਹੀਂ ਤੁਸੀਂ ਬਾਅਦ 'ਚ ਮਿਲਿਓ, ਬੰਦਾ ਬਾਹਰ ਪਹਿਲਾਂ ਜੁੱਤੇ ਲਾਉਂਦਾ ਹੈਗਾ,
ਫਿਰ ਕੱਪੜੇ ਧੁੱਪੇ ਰੱਖਦਾ ਗਾ, ਧੋਂਦਾ ਹੈ, ਡਿਟੋਲ ਪਾ ਕੇ ਨਹਾਉਂਦਾ ਹੈਗਾ, ਸਾਬਣ ਵਾਰ-ਵਾਰ ਜੋ ਵੀ ਐਡਵਾਈਜ਼ ਹੈ, ਜੋ ਸਾਨੂੰ ਪ੍ਰੀਕਾਸ਼ਨ ਲੈਣ ਦੀ ਜ਼ਰੂਰਤ ਹੈ ਉਹ ਲੈਣੇ ਚਾਹੀਦੇ ਹੈਗੇ ਨੇ। ਔਰ ਜਿੱਥੋਂ ਤੱਕ ਇੱਕ ਚੁਣੌਤੀ ਆ, ਇੱਕ ਸਮੇਂ ਦੀ ਚੁਣੌਤੀ ਆ, ਔਰ ਉਸ ਚੁਣੌਤੀ ਨੂੰ ਪੂਰਾ ਦੇਸ਼ ਲੱਗਾ ਆ, ਅਤੇ ਮੀਡੀਆ ਵੀ ਚਾਹੇ ਕਿਸੇ ਵੀ ਸਟੇਟ 'ਚ ਮੀਡੀਆ, ਚਾਹੇ ਨੈਸ਼ਨਲ ਮੀਡੀਆ, ਚਾਹੇ ਆਪਣਾ ਦੂਜਾ ਮੀਡੀਆ ਸਟੇਟਾਂ ਵਾਲਾ ਮੀਡੀਆ ਹੈਗਾ ਨਾ, ਪ੍ਰਦੇਸ਼ਕ ਮੀਡੀਆ ਹੈਗਾ, ਉਹਨਾਂ ਦੀ ਜਿਹੜੀ ਲੜਾਈ ਲੜ ਰਹੇ ਹੈਗੇ ਨੇ, ਉਹ ਮੈਨੂੰ ਲੱਗਦਾ ਕਿ ਬਹੁਤ ਵੱਡੀ ਲੜਾਈ ਆ ਮੀਡੀਆ ਵੱਲੋਂ ਵੀ। ਔਰ ਸਰਕਾਰਾਂ ਨੂੰ ਵੀ ਚਾਹੀਦਾ ਹੈਗਾ ਕਿ ਜਿਹੜਾ ਵੀ ਇੰਸ਼ੋਰੈਂਸ ਬਾਕੀਆਂ ਨੂੰ ਦਿੱਤੀ ਜਾ ਰਹੀ ਹੈ, ਉਹ ਮੀਡੀਆ ਭਾਈਚਾਰੇ ਨੂੰ ਸ਼ਾਮਲ ਕਰਨਾ ਚਾਹੀਦਾ। ਔਰ ਇਸ ਲੜਾਈ ਦੇ ਵਿੱਚ, ਇਸ ਯੁੱਧ ਦੇ ਵਿੱਚ ਸਭ ਤੋਂ ਦੁੱਖ ਵਾਲੀ ਗੱਲ ਹੈਗੀ ਹੈ ਕਿ ਜਿਹੜੇ ਰੱਜੇ ਪੁੱਜੇ ਮੀਡੀਆ ਘਰਾਣੇ ਨੇ, ਇੱਕ ਨਵਾਂ ਮੀਡੀਆ ਘਰਾਣਾ, ਇੱਕ ਛੋਟਾ ਮੀਡੀਆ ਘਰਾਣਾ ਜਿਹਦੇ ਕੋਲ ਐਸੈਟਸ ਨਹੀਂ ਹੈਗੇ, ਲੇਕਿਨ ਵੱਡੀਆਂ ਜਿਹੜੀਆਂ ਨੈਸ਼ਨਲ ਮੀਡੀਆ ਹੈਗਾ, ਚਾਹੇ ਉਹ ਪ੍ਰਿੰਟ ਨੂੰ ਬਿਲੋਂਗ ਕਰਦੇ ਨੇ, ਚਾਹੇ ਇਲੈਕਟ੍ਰੋਨਿਕ ਮੀਡੀਆ ਨੂੰ, ਉਹਨਾਂ ਨੇ ਇਸ ਦੁੱਖ ਦੀ ਘੜੀ, ਔਖੀ ਘੜੀ ਮੀਡੀਆ ਕਰਮਚਾਰੀਆਂ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ, ਉਹਨਾਂ ਨੂੰ ਨੌਕਰੀਆਂ ਤੋਂ ਕੱਢ ਦਿੱਤਾ ਹੈਗਾ। ਅਤੇ ਇਸ ਕਰਕੇ ਮੇਰੀ ਤਾਂ ਨਿੱਜੀ ਤੌਰ 'ਤੇ ਗੌਰਮੈਂਟ ਆਫ ਇੰਡੀਆ ਨੂੰ, ਪ੍ਰਾਈਮ ਮਿਨਿਸਟਰ ਨੂੰ ਵੀ ਅਪੀਲ ਆ, ਸੂਬਾ ਸਰਕਾਰਾਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਆ ਕਿ ਇਸ ਔਖੀ ਘੜੀ ਜਿਹੜਾ ਵੀ ਮੀਡੀਆ ਉਦਯੋਗਿਕ ਘਰਾਣਾ ਹੈਗਾ, ਜਿਹੜੇ ਮੀਡੀਆ ਚਲਾ ਰਹੇ ਹੈਗੇ ਨੇ, ਅਗਰ ਉਹ ਕਿਸੇ ਆਪਣੇ ਇੰਪਲਾਈਜ਼ ਨੂੰ ਨੌਕਰੀ ਤੋਂ ਬਾਹਰ ਕੱਢਦਾ ਹੈਗਾ, ਤਾਂ ਸਭ ਤੋਂ ਪਹਿਲਾਂ ਸਰਕਾਰ ਉਸ 'ਤੇ ਤੁਰੰਤ ਐਕਸ਼ਨ ਇਹ ਲੈਣਾ ਚਾਹੀਦਾ ਹੈਗਾ ਕਿ ਜਿਹੜੀ ਸਰਕਾਰੀ ਇਸ਼ਤਿਹਾਰ ਦਿੱਤੇ ਜਾ ਰਹੇ ਨੇ ਉਹ ਬੰਦ ਕਰ ਦੇਣੇ ਚਾਹੀਦੇ। ਕਿ ਅਗਰ ਜਿਹੜਾ ਔਖੀ ਘੜੀ ਦੇ ਵਿੱਚ ਮੀਡੀਆ ਕਰਮਚਾਰੀਆਂ ਨੂੰ ਕੱਢ ਰਹੇ ਹੋ, ਜਿਨ੍ਹਾਂ ਦੀ 25 ਸਾਲ ਸਰਵਿਸ ਹੋ ਗਈ ਆ, ਉਹਨਾਂ ਨੂੰ ਵੀ ਨੌਕਰੀਆਂ ਤੋਂ ਜਵਾਬ ਦੇ ਦਿੱਤਾ ਹੈਗਾ। ਇਸ ਕਰਕੇ ਉਹ ਅਦਾਰੇ ਜਿਹੜਾ ਹਮੇਸ਼ਾ ਪ੍ਰੋਫਿਟ 'ਚ ਰਹੇ ਹੈਗੇ ਨੇ, ਅਤੇ ਅਗਰ ਉਹ ਇੱਦਾਂ ਦੀ ਕਹਿ ਸਕਦੇ ਕਿ ਬੇਇਨਸਾਫੀ ਕਰ ਰਹੇ ਨੇ, ਧੱਕਾ ਕਰ ਰਹੇ ਨੇ, ਅਤੇ ਗੌਰਮੈਂਟ ਆਫ ਇੰਡੀਆ ਜਿੱਥੇ ਨਰਿੰਦਰ ਮੋਦੀ ਸਾਹਿਬ ਵਾਰ-ਵਾਰ ਅਪੀਲ ਕਰ ਰਹੇ ਨੇ ਕਿ ਇਹ ਮੀਡੀਆ ਵਾਲੇ ਵੀ ਵਾਰੀਅਰਜ਼ ਨੇ, ਸੋਸ਼ਲ ਆਪਣੇ ਮੈਡੀਕਲ ਸਟਾਫ ਵਾਰੀਅਰਜ਼ ਨੇ, ਪੁਲਿਸ ਵਾਲੇ ਵਾਰੀਅਰਜ਼, ਅਤੇ ਉਸ ਵਾਰੀਅਰਜ਼ ਨੂੰ ਜਿਹੜੇ ਯੋਧੇ ਨੇ ਮੀਡੀਆ ਵਾਲੇ, ਉਹਨਾਂ ਦੇ ਨਾਲ ਉਹਨਾਂ ਦੇ ਅਦਾਰਿਆਂ ਵੱਲੋਂ ਧੱਕਾ ਕੀਤਾ ਜਾ ਰਿਹਾ। ਇਹ ਸਰਕਾਰ ਨੂੰ ਤੁਰੰਤ ਐਕਸ਼ਨ ਲੈਣਾ ਚਾਹੀਦਾ। ਦੇਖੋ, ਪਹਿਲਾਂ ਕੋਈ ਵੀ ਚੀਜ਼ਾਂ ਹੋਈਆਂ ਨੇ, ਚਾਹੇ ਜੇ ਆਪਾਂ ਕਹੀਏ ਕਿ ਕਈ ਜਗ੍ਹਾ 'ਤੇ ਪੁਲਿਸ ਵੈਸੇ ਪਾਬੰਦੀ ਲਾ ਦਿੰਦੀ ਆ, ਬੰਦ ਹੋ ਜਾਂਦੇ ਨੇਗੇ, ਪਰ ਇਹ ਸਭ ਦੇ ਵਾਸਤੇ ਜੇ ਕਹੀਏ ਕਿ ਪਹਿਲਾ ਐਕਸਪੀਰੀਅੰਸ ਹੈ ਕਿ ਇੱਕ ਮਹਾਮਾਰੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਸਭ ਤੋਂ ਵੱਡੀ ਗੱਲ। ਨੰਬਰ 2 'ਤੇ ਕਈ ਜਗ੍ਹਾ 'ਤੇ ਲੋਕਡਾਊਨ ਹੈ, ਕਈ ਜਗ੍ਹਾ 'ਤੇ ਕਰਫਿਊ ਹੈ, ਜਿਵੇਂ ਪੰਜਾਬ ਚੰਡੀਗੜ੍ਹ 'ਚ ਕਰਫਿਊ ਹੈ। ਉਸ ਦੌਰਾਨ ਦੇ ਵਿੱਚ ਕਹਿ ਸਕਦੇ ਹਾਂ ਕਿ ਸਮੱਸਿਆਵਾਂ ਆਮ ਕਰਕੇ ਪੱਤਰਕਾਰਾਂ ਨੂੰ ਇਹ ਮੌਸਮਾਂ 'ਚ ਨਹੀਂ ਆਉਂਦੀਆਂ ਹੁੰਦੀਆਂ, ਕਿਉਂਕਿ ਸਰਕਾਰਾਂ ਕੋਈ ਨਾ ਕੋਈ ਕਾਰਡ ਜਾਰੀ ਕਰ ਦਿੰਦੀਆਂ ਨੇ ਜਾਂ ਬੰਦਾ ਆ ਜਾ ਸਕਦਾ। ਪਰ ਹੁਣ ਸਭ ਤੋਂ ਵੱਡੀ ਨਾਲ ਪੱਤਰਕਾਰਾਂ ਨੂੰ ਜੇ ਕਹੀਏ ਕਿ ਇੱਕ ਵੱਡੀ ਚਿੰਤਾ ਦਾ ਜਨਕ ਇਹ ਵੀ ਹੈ ਕਿ ਪੱਤਰਕਾਰ ਨੇ ਖਬਰ ਕਰਨ ਵੀ ਸਾਰੇ ਕਿਤੇ ਜਾਣਾ, ਕਿੰਨਾ ਮਰਜ਼ੀ ਬਚਾਓ ਕਰ ਲਏ, ਉਹਨੂੰ ਜਾਣਾ ਹੀ ਪੈਂਦਾ ਕਿਤੇ ਨਾ ਕਿਤੇ, ਭੀੜ ਦੇ ਵਿੱਚ ਨਹੀਂ ਜਾਊਗਾ, ਆਮ ਲੋਕਾਂ ਨੂੰ ਮਿਲਣਾ ਹੀ ਪੈਣਾ, ਆਮ ਲੋਕਾਂ ਦੇ ਟੱਚ 'ਚ ਉਹਨੂੰ ਆਉਣਾ ਹੀ ਪੈਣਾ ਹੈਗਾ। ਉਸ ਤੋਂ ਵੱਡੀ ਖਤਰਾ ਹੁਣ ਜੇ ਕਹੀਏ ਕਿ ਬੇਸ਼ੱਕ ਪੱਤਰਕਾਰ ਬਾਹਰ ਤੁਰੇ ਫਿਰਦੇ ਨੇ, ਲੋਕ ਇਹ ਗੱਲ ਸ਼ਾਇਦ ਕਿਤੇ ਨਾ ਕਿਤੇ ਜੇ ਕਹੀਏ ਕਿ ਟੀਚਰ ਤੌਰ 'ਤੇ ਵੀ ਲੈ ਲੈਂਦੇ ਨੇ ਵੀ ਪੱਤਰਕਾਰ ਬਾਹਰ ਫਿਰਦੇ ਨੇ ਜੀ, ਇਹਨਾਂ ਨੂੰ ਕੀ ਉਹ ਹੈ। ਕਈ ਲੋਕ ਤਾਂ ਮੈਂ ਦੇਖਿਆ ਸੋਸ਼ਲ ਮੀਡੀਆ 'ਤੇ ਇਹ ਵੀ ਗੱਲ ਕਹਿ ਰਹੇ ਨੇ ਕਿ ਮੀਡੀਆ ਆਪਦੀ ਦੁਕਾਨਦਾਰੀ ਚਮਕਾ ਰਿਹਾ, ਪਰ ਸਭ ਤੋਂ ਵੱਡਾ ਖਤਰਾ ਮੀਡੀਆ ਵਾਲਿਆਂ ਵਾਸਤੇ ਹੈ, ਕਿਉਂਕਿ ਅਸੀਂ ਜਿਸ ਕੋਲ ਵੀ ਜਾ ਰਹੇ ਹਾਂ ਸਾਨੂੰ ਨਹੀਂ ਪਤਾ ਉਹ ਕੀ ਹੈ, ਅਦ੍ਰਿਸ਼ ਬਿਮਾਰੀ ਹੈਗੀ, ਇਹ ਵਾਇਰਸ ਅਦ੍ਰਿਸ਼ ਹੈਗਾ ਗਾ, ਡਿਟੈਕਟ ਕੁਛ ਨਹੀਂ ਕਰ ਸਕਦੇ। ਹੁਣ ਜਿਹੜੀਆਂ ਨਵੀਆਂ ਰਿਪੋਰਟਾਂ ਨੇ ਕਿ ਸਿੰਪਟਮ ਵੀ ਹੈ ਨਹੀਂ ਲੋਕਾਂ 'ਚ, ਇਸ ਟਾਈਮ ਦੇ ਵਿੱਚ ਜੇ ਕਹੀਏ ਕਿ ਸ਼ਾਇਦ ਇਹ ਐਕਸਪੀਰੀਅੰਸ ਸਭ ਦੇ ਵਾਸਤੇ, ਜਿਹੜੇ ਵੀ ਬਚ ਗਏ, ਮੈਂ ਤਾਂ ਇਹੀ ਗੱਲ ਕਹੂੰਗਾ, ਕਿਉਂਕਿ ਇਹ ਬਿਮਾਰੀ ਦਾ ਪਤਾ ਨਹੀਂ ਕਿੰਨੀ ਚਪੇਟ 'ਚ ਲੈਣਾ ਹਜੇ, ਅਤੇ ਜਿਹੜੇ ਵੀ ਬਚ ਗਏ ਉਹਨਾਂ ਵਾਸਤੇ ਇੱਕ ਇਹੋ ਜਿਹਾ ਐਕਸਪੀਰੀਅੰਸ ਹੋਊਗਾ ਵੀ ਆਮ ਦਿੱਕਤਾਂ ਤੋਂ ਪਰੇ ਹਟ ਕੇ ਇੱਕ ਵੱਡੀ ਮਹਾਮਾਰੀ ਦੇ ਵਿੱਚ ਜਾ ਕੇ ਜਿਹੜੀ ਇਹ ਪੱਤਰਕਾਰੀ ਲੋਕ ਕਰ ਰਹੇ ਨੇ। ਜਿਹੜਾ ਅੱਜ ਮਾਹੌਲ ਹੈ ਇਹ ਇੱਕ ਤਰ੍ਹਾਂ ਦਾ ਜੰਗ ਦਾ ਮਾਹੌਲ ਹੈ, ਤਾਂ ਇਸ ਜੰਗ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇੱਕ ਫੌਜੀ ਵਾਂਗੂ ਅਸੀਂ ਕਦੇ ਮੈਦਾਨ ਛੱਡ ਕੇ ਭੱਜ ਗਏ ਨਾ। ਹੁਣ ਮੈਂ ਘਰ ਦੀ ਗੱਲ ਕਰਦਾ ਸੀਗਾ, ਤਾਂ ਕਿਉਂਕਿ ਘਰੇ ਮੰਮੀ ਡੈਡੀ ਨੇ ਜਾਂ ਮੇਰੀ ਦਾਦੀ ਘਰੇ ਬਜ਼ੁਰਗ ਹੈ ਨਾ, ਤਾਂ ਮੈਂ ਮੇਰੀ ਭੈਣ ਵਿਚਾਰੀ ਉਹ ਪਿਛਲੇ ਕਈ ਦਿਨਾਂ ਤੋਂ ਘਰ ਆਈ ਹੋਈ ਆ ਆਪਦੇ ਬੇਟੇ ਨੂੰ ਲੈ ਕੇ, ਹੈ ਨਾ, ਉਹਦਾ ਬੇਟਾ ਛੋਟਾ ਜਿਹਾ, ਤਾਂ ਕਿ ਉਹਨਾਂ ਦਾ ਉੱਥੇ ਜੀ ਲੱਗਿਆ ਰਵੇ ਵੀ, ਨਹੀਂ ਤਾਂ ਉਹ ਵੀ ਇਕੱਲੇ ਪੈ ਗਏ। ਮੈਨੂੰ ਇਹ ਤੋਂ ਨਾ ਹੀ ਟੈਨਸ਼ਨ ਰਹਿਣੀ ਹੈ ਕਿ ਯਾਰ ਉਹ ਠੀਕ ਨੇ ਨਹੀਂ ਠੀਕ। ਹੁਣ ਮੇਰੀ ਭੈਣ ਵਿਚਾਰੀ ਉਹ ਉੱਥੇ ਆਈ ਹੋਈ ਹੈ ਨਾ, ਤਾਂ ਕਿ ਮੈਨੇਜ ਹੋ ਸਕੇ, ਉਹਨੇ ਘਰ ਮੈਨੇਜ ਕੀਤਾ ਹੋਇਆ, ਅਤੇ ਮੈਂ ਇੱਥੇ ਥੋੜ੍ਹਾ ਜਿਹਾ ਉਸ ਪਾਸੋਂ ਟੈਨਸ਼ਨ ਫਰੀ ਹਾਂ। ਪਰ ਇਹ ਬੜੀਆਂ ਚੁਣੌਤੀਆਂ ਨੇ। ਇੱਕ ਜਰਨਲਿਸਟ ਬਾਰੇ ਤੁਸੀਂ ਸੋਚ ਲੈਂਦੇ ਹੋ, ਤੁਸੀਂ ਇੱਕ ਪਰਸੈਪਸ਼ਨ ਬਣਾ ਲੈਂਦੇ ਹੋ, ਪਰ ਅਸਲ ਦੇ ਵਿੱਚ ਜਰਨਲਿਸਟ ਵੀ ਇਨਸਾਨ ਹੈ। ਜਰਨਲਿਸਟ ਨੂੰ ਵੀ ਉਨੀਆਂ ਦਿੱਕਤਾਂ ਆਉਂਦੀਆਂ, ਉਨੀਆਂ ਮੁਸ਼ਕਲਾਂ ਆਉਂਦੀਆਂ ਜਿੰਨੀਆਂ ਕਿ ਇੱਕ ਨਾਕੇ 'ਤੇ ਖੜੇ ਪੁਲਿਸ ਅਫਸਰ ਨੂੰ ਆਉਂਦੀਆਂ ਜਾਂ ਇੱਕ ਡਾਕਟਰ ਨੂੰ ਆਉਂਦੀਆਂ। ਹਾਂ, ਉਹਨਾਂ ਦੀ ਚੁਣੌਤੀ ਜ਼ਿਆਦਾ ਵੱਡੀ ਹੈ ਥੋੜ੍ਹੀ ਜਿਹੀ, ਅਲੱਗ-ਅਲੱਗ ਚੀਜ਼ਾਂ ਨੇ। ਸਾਡਾ ਇੱਕ ਅਲੱਗ ਕੀਤਾ, ਡਾਕਟਰ ਦਾ ਤਾਂ ਹੈ ਹੀ, ਉਹ ਤਾਂ ਬਿਲਕੁਲ ਫਰੰਟ ਲਾਈਨ ਦੇ ਫੌਜੀ ਨੇ, ਅਤੇ ਪੁਲਿਸ ਦੀਆਂ ਆਪਣੀਆਂ ਚੁਣੌਤੀਆਂ ਨੇ, ਸਫਾਈ ਕਰਮਚਾਰੀ ਦੀਆਂ ਆਪਣੀਆਂ ਚੁਣੌਤੀਆਂ ਨੇ। ਤਾਂ ਦੇਖੋ, ਚੁਣੌਤੀਆਂ ਸਭ ਦੇ ਲਈ ਨੇ, ਪਰ ਜਿਸ ਤਰ੍ਹਾਂ ਇਸ ਤਰ੍ਹਾਂ ਦਾ ਮਾਹੌਲ ਬੜਾ ਘੱਟ ਆਉਂਦਾ, ਜੰਗ ਵਰਗਾ ਮਾਹੌਲ। ਤਾਂ ਐਸੇ ਮਾਹੌਲ ਦੇ ਵਿੱਚ ਜਦੋਂ ਇੱਕ ਤੁਹਾਡੇ 'ਤੇ ਜ਼ਿੰਮੇਵਾਰੀ ਪੈ ਜਾਂਦੀ ਆ, ਤਾਂ ਉਸ ਜੰਗ 'ਚ ਫਿਰ ਲੜਨ ਦਾ ਅਤੇ ਉਹ ਜੰਗ ਨੂੰ ਜਿੱਤਣ ਦਾ ਜਜ਼ਬਾ ਲੈ ਕੇ ਜੋ ਤੁਸੀਂ ਚੱਲਦੇ ਆ, ਉਹਦਾ ਸਵਾਦ ਹੀ ਵੱਖਰਾ। ਅਤੇ ਜਦੋਂ ਤੁਸੀਂ ਉਹ ਜੰਗ ਜਿੱਤ ਕੇ ਮੁੜਦੇ ਹੋ, ਤਾਂ ਫਿਰ ਜਿਹੜੀ ਅੰਦਰ ਦੀ ਤ੍ਰਿਪਤੀ ਆ, ਜੋ ਤੁਹਾਡਾ ਜ਼ਮੀਰ ਖੁਸ਼ ਹੁੰਦਾ, ਜੋ ਤੁਹਾਡੀ ਤ੍ਰਿਪਤੀ ਹੁੰਦੀ ਹੈ ਨਾ, ਉਹਦਾ ਆਪਦਾ ਹੀ ਇੱਕ ਖੁਸ਼ੀ ਆ, ਉਹਦਾ ਇੱਕ ਆਪਦਾ ਹੀ ਆਨੰਦ ਹੈ। ਬਰਾੜ ਸਾਹਿਬ, ਤੁਹਾਡਾ ਇੱਕ ਲੰਬਾ ਐਕਸਪੀਰੀਅੰਸ ਹੈ, ਤੁਸੀਂ ਪਹਿਲਾਂ ਪੱਤਰਕਾਰੀ ਕਰਦੇ ਰਹੇ ਹੋ, ਅਤੇ ਅੱਜ ਕੀ ਫ਼ਰਕ ਲੱਗਦਾ ਦੋਵਾਂ 'ਚ? ਪਤਾ ਕੀ ਜੀ, ਹਰ ਰੋਜ਼ ਚੀਜ਼ਾਂ ਬਦਲਦੀਆਂ, ਹਰ ਰੋਜ਼ ਚੀਜ਼ਾਂ ਬਦਲਦੀਆਂ।
ਹਰ ਰੋਜ਼ ਚੁਣੌਤੀਆਂ ਚੇਂਜ ਹੋ ਜਾਂਦੀਆਂ ਨੇ। ਮੈਂ ਆਪਦੇ ਕੰਮ ਦੀ ਗੱਲ ਕਰ ਲੈਣਾ, ਜਦੋਂ ਅਸੀਂ ਸ਼ੁਰੂ ਕੀਤਾ ਸੀ ਤਾਂ ਉਦੋਂ ਪਹਿਲਾਂ ਬੀਟਾ ਕੈਸਟਾਂ ਹੁੰਦੀਆਂ ਸੀ ਐਡੀਆਂ ਹੈ ਨਾ, ਉਦੋਂ ਬਾਅਦ ਛੋਟੀਆਂ ਕੈਸਟਾਂ ਆਉਣ ਲੱਗ ਗਈਆਂ ਹੈ ਨਾ। ਫਿਰ ਉਹਨਾਂ ਖਬਰਾਂ ਨੂੰ ਭੇਜਣ ਦਾ ਪ੍ਰੋਸੈਸ ਬੜਾ ਬਦਲਿਆ, ਬੱਸਾਂ ਤੇ ਟੇਪਾਂ ਚੜਾ ਦੇਣੀਆਂ, ਇੱਥੋਂ ਦਿੱਲੀ ਭੇਜਣੀ, ਅਗਲੇ ਦਿਨ ਖਬਰ ਲੱਗਣੀ, ਉਹ ਪਰ ਬੜਾ ਟਾਈਮ ਫਾਸਟ ਹੋ ਰਿਹਾ। ਹੁਣ ਤਾਂ 1 ਸਕਿੰਟਾਂ 'ਚ WhatsApp ਤੇ ਮੋਬਾਈਲ ਤੇ ਵੀਡੀਓ ਬਣਾਈ, ਤੁਰੰਤ ਦਫ਼ਤਰ ਭੇਜੀ, ਜਸਟ 1 ਸੈਕਿੰਡ ਚੱਲਦੀ ਹੁੰਦੀ ਹੈ। ਫਿਰ ਅੱਗੇ ਵੱਡੀਆਂ ਉਹ ਵੀ ਵੈਨਾਂ ਹੁੰਦੀਆਂ ਸੀ ਛਤਰੀ ਵਾਲੀਆਂ, ਉਸ ਤੋਂ ਬਾਅਦ ਛੋਟੀਆਂ ਕਿੱਟਾਂ ਆ ਗਈਆਂ, ਉਹ ਲਾਈਵ ਵਿਊ ਆ ਗਏ, ਅਸੀਂ ਲਾਈਵ ਵਿਊ ਕਹਿੰਦੇ ਹਾਂ ਨਾ। ਹੁਣ LU ਸਮਾਰਟ ਆ ਗਏ, ਤੁਹਾਡੇ ਫੋਨ ਦੇ ਵਿੱਚ ਹੀ ਲਾਈਵ ਵਿਊ ਆ, ਕਿਤੇ ਜਾਣ ਦੀ ਲੋੜ ਨਹੀਂ, ਹੁਣ ਤੁਹਾਨੂੰ ਕੈਮਰੇ ਦੀ ਵੀ ਲੋੜ ਨਹੀਂ। ਤੁਹਾਡਾ ਫੋਨ ਹੈ, ਦਫ਼ਤਰ ਨੇ ਇੱਕ ਆਈਫੋਨ ਦਿੱਤੇ ਹੋਏ ਆ, ਤੇ ਜਾਂ ਤੁਹਾਡਾ ਆਪਦਾ ਫੋਨ ਵੀ ਉਹ ਵੀ, ਤਾਂ ਇੱਕ ਮੋਜੋ ਜਰਨਲਿਜ਼ਮ ਆ ਗਿਆ। ਤਾਂ ਤੁਸੀਂ ਮੋਬਾਈਲ ਨੂੰ ਸਟੈਂਡ ਤੇ ਲਾਉਣਾ, ਮਾਈਕ ਲਾਉਣਾ, ਤੇ ਤੁਸੀਂ ਉਹਦੇ ਤੋਂ ਜੋ ਕਰਨਾ ਤੁਸੀਂ ਉਹ ਲਾਈਵ ਹੋ ਜਾਣਾ ਹੈ ਨਾ। ਤੇ ਚੀਜ਼ਾਂ ਬੜੀਆਂ ਬਦਲ ਰਹੀਆਂ ਨੇ, ਡੇਲੀ ਨਵੀਂ ਟੈਕਨੋਲੋਜੀ ਆ ਰਹੀ ਆ। ਹਾਲਾਂਕਿ ਦੇਖੋ ਆਪਾਂ ਨਵੇਂ ਯੁੱਗ ਦੇ ਪੱਤਰਕਾਰ ਹਾਂ, ਪਰ ਨਵੇਂ ਯੁੱਗ ਦੇ ਪੱਤਰਕਾਰ ਹੋਣ ਦੇ ਬਾਵਜੂਦ ਸਾਡੇ ਲਈ ਬੜੀਆਂ ਵੱਡੀਆਂ ਚੁਣੌਤੀਆਂ ਨੇ। ਸਾਨੂੰ ਵੀ ਇਹ ਲੱਗਦਾ ਕਿ ਯਾਰ ਇੰਨੀ ਸਪੀਡ ਦੇ ਨਾਲ ਚੀਜ਼ਾਂ ਬਦਲ ਰਹੀਆਂ ਨੇ, ਇੰਨੀ ਸਪੀਡ ਦੇ ਨਾਲ ਬਦਲ ਰਹੀਆਂ ਨੇ। ਜਿਸ ਤਰ੍ਹਾਂ ਹੁਣ ਬੱਲੀ ਭਾਜੀ ਨੇ, ਤੇ ਉਹਨਾਂ ਨੇ ਤਾਂ ਆਪਦੇ ਦੌਰ 'ਚ ਬੜਾ ਕੁਝ ਬਦਲਦਾ ਦੇਖ ਲਿਆ ਹੋਏਗਾ। ਪਰ ਉਹ ਦੇਖੋ ਉਹਨਾਂ ਦਾ ਐਕਸਪੀਰੀਅੰਸ ਇੰਨਾ ਕਿ ਉਹ ਮੈਨੇਜ ਕਰ ਰਹੇ ਨੇ। ਪਰ ਜਿੱਦਾਂ ਅਸੀਂ ਦੇਖਦੇ ਹਾਂ, ਇੰਨੀ ਸਪੀਡ ਤੇ ਜਿਹੜਾ ਦੌੜਨਾ ਉਹ ਖਲਾਈ ਦਾ ਵਾੜਾ ਨਹੀਂਗਾ। ਡੇਲੀ ਟੈਕਨੋਲੋਜੀ ਚੇਂਜ ਹੁੰਦੀ ਹੈ, ਡੇਲੀ ਚੀਜ਼ਾਂ ਅਪਡੇਟ ਹੁੰਦੀਆਂ। ਇੱਕ ਵੱਡੀ ਚੁਣੌਤੀ ਸਾਡੇ ਲਈ ਹਰ ਰੋਜ਼ ਹੈ, ਹਰ ਰੋਜ਼ ਦੀ ਉਹੀ ਬ੍ਰੇਕਿੰਗ ਨਿਊਜ਼ ਹੈ, ਹਰ ਰੋਜ਼ ਦੀ ਸਪੀਡ ਹੈ। ਇੱਕ ਚੈਨਲ ਤੇ ਕਿਤੇ ਬ੍ਰੇਕ ਹੋ ਗਈ ਤਾਂ ਦੂਜੇ ਲਈ ਚੁਣੌਤੀ ਬਣ ਜਾਂਦੀ ਹੈ। ਬੜੀਆਂ ਚੁਣੌਤੀਆਂ ਨੇ, ਇਹ ਖਤਮ ਨਹੀਂ ਹੋਣੀਆਂ। ਬਹੁਤ ਬਹੁਤ ਸ਼ੁਕਰੀਆ ਜੀ ਸਾਰੇ। ਇੱਕ ਜਰਨਲਿਸਟ ਦਾ ਘਰੋਂ ਨਿਕਲਣਾ ਇਹ ਉਹਨਾਂ ਦਾ ਸ਼ੌਂਕ ਨਹੀਂ, ਇੱਕ ਡਿਊਟੀ ਆ, ਤਾਂ ਜੋ ਦਰਸ਼ਕਾਂ ਤੱਕ ਸਹੀ ਤੇ ਸਟੀਕ ਜਾਣਕਾਰੀ ਪਹੁੰਚ ਸਕੇ। ਫੇਕ ਨਿਊਜ਼ ਨੂੰ ਠੱਲ ਪਾਉਣੀ ਅਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਅਤੇ ਸਰਕਾਰ ਦੁਆਰਾ ਦਿੱਤੇ ਆਦੇਸ਼ ਲਾਗੂ ਕਰਨ ਲਈ ਲੋਕਾਂ ਦੀ ਆਵਾਜ਼ ਬਣ ਕੇ ਸਰਕਾਰ ਦੇ ਕੰਨੀ ਪਹੁੰਚਾਉਣਾ ਇੱਕ ਪੱਤਰਕਾਰ ਦਾ ਕੰਮ ਹੈ। ਇਸ ਕਰੋਨਾ ਦੇ ਸਮੇਂ, ਇਸ ਯੁੱਧ ਦੇ ਸਮੇਂ, ਇਹਨੂੰ ਇੱਕ ਯੁੱਧ ਵੀ ਕਿਹਾ ਜਾ ਸਕਦਾ। ਇੱਕ ਅਜਿਹਾ ਯੁੱਧ ਜੋ ਅਣਦਿੱਖੇ ਦੁਸ਼ਮਣ ਨਾਲ ਲੜਿਆ ਜਾ ਰਿਹਾ, ਉਹਦੇ ਵਿੱਚ ਪੱਤਰਕਾਰ ਵੀ ਆਪਣੀ ਇੱਕ ਅਹਿਮ ਭੂਮਿਕਾ ਨਿਭਾ ਰਹੇ ਨੇ। ਆਪਣੇ ਘਰ-ਬਾਰ ਨੂੰ ਛੱਡ ਕੇ ਤੁਹਾਡੇ ਵਿੱਚ ਆ ਰਹੇ ਨੇ, ਲੋਕਾਂ ਦੀ ਆਵਾਜ਼ ਬਣ ਰਹੇ ਨੇ, ਸਰਕਾਰ ਦੀ ਆਵਾਜ਼ ਲੋਕਾਂ ਤੱਕ ਪਹੁੰਚਾ ਰਹੇ ਨੇ। ਸੋ ਬਾਬੂ ਸ਼ਾਹੀ ਦੀ ਖਾਸ ਰਿਪੋਰਟ ਚੰਡੀਗੜ੍ਹ ਤੋਂ, ਕੈਮਰਾ ਪਰਸਨ ਕਾਸ਼ਦੀਪ ਦੇ ਨਾਲ ਰਵੀ ਜੱਖੂ। ਵੀਡੀਓ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟਸ ਬਾਕਸ ਦੇ ਵਿੱਚ ਜਰੂਰ ਦੱਸ ਦੇਣਾ, ਤੇ ਇਸ ਨੂੰ ਸ਼ੇਅਰ ਜਰੂਰ ਕਰ ਦੇਣਾ। ਸਾਡੇ ਚੈਨਲ ਬਾਬੂ ਸ਼ਾਹੀ ਟਾਈਮਜ਼ ਨੂੰ ਸਬਸਕ੍ਰਾਈਬ ਵੀ ਕਰ ਲੈਣਾ, ਤੇ ਫੇਸਬੁੱਕ ਪੇਜ ਨੂੰ ਵੀ ਲਾਈਕ ਕਰ ਲੈਣਾ। ਸੋ ਅਸੀਂ ਦੁਆ ਕਰਦੇ ਹਾਂ ਉਹਨਾਂ ਡਾਕਟਰਸ, ਉਹਨਾਂ ਪੁਲਿਸ ਕਰਮੀਆਂ ਤੇ ਸਾਡੇ ਪੱਤਰਕਾਰ ਭਾਈਚਾਰਿਆਂ ਲਈ ਕਿ ਉਹ ਆਪਣਾ ਵੀ ਖਿਆਲ ਰੱਖਣ, ਤੇ ਉਹ ਰੱਬ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ। ਤੇ ਜੋ ਫੀਲਡ ਦੇ ਵਿੱਚ ਉਹ ਆਪੋ ਆਪਣੇ ਅਦਾਰੇ ਲਈ ਰਿਪੋਰਟਿੰਗ ਕਰਨ ਪਹੁੰਚਦੇ ਨੇ ਤੇ ਸਟੀਕ ਇਨਫੋਰਮੇਸ਼ਨ ਉਹਨਾਂ ਨੂੰ ਸਮੇਂ-ਸਮੇਂ ਸਿਰ ਪਹੁੰਚਾਉਂਦੇ ਨੇ, ਉਹ ਆਪਣਾ ਵੀ ਖਿਆਲ ਰੱਖਣ, ਆਪਣੇ ਆਪ ਨੂੰ ਵੀ ਧਿਆਨ ਰੱਖਣ, ਤੇ ਆਪਣੀ ਪੂਰੀ ਸੇਫਟੀ ਨਾਲ ਉਹ ਫੀਲਡ ਦੇ ਵਿੱਚ ਕੰਮ ਕਰਨ। ਅਖੀਰ ਤੇ ਫਿਰ ਉਹੀ ਗੱਲ ਕਹਾਂਗਾ, ਸਟੇ ਐਟ ਹੋਮ, ਬੀ ਸੇਫ।